ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਕਸੈਸ ਮੰਤਰਾ ਦੇ ਇਸ ਚੈਨਲ ਤੇ। ਅੱਜ ਅਸੀਂ ਡਿਸਕਸ ਕਰਾਂਗੇ ਜੀ ਇੰਪੋਰਟੈਂਟ ਤੁਹਾਡੇ ਲੀਗਲ ਦੇ ਕੁਐਸਚਨਸ ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਚ ਆ ਰੱਖੇ ਸੀ। ਅੱਜ ਦੀ ਕਲਾਸ ਲਗਾਉਣ ਤੋਂ ਪਹਿਲਾਂ ਆਪਣੀ ਕਾਪੀ ਤੇ ਪੈਨਸਿਲ ਚੱਕ ਲਓ ਜੀ, ਨਾਲ ਨਾਲ ਨੋਟਸ ਬਣਨਗੇ ਤੁਹਾਡੇ ਸੋ ਦੈਟ ਤੁਹਾਡੀ ਕੁਇਕ ਰਿਵੀਜ਼ਨ ਹੋ ਜਾਏ, ਕਿਉਂਕਿ ਅੱਜ ਨਾ ਸਿਰਫ ਅਸੀਂ MCQs ਕਰ ਰਹੇ, ਇਸ ਦੇ ਨਾਲ ਮੈਂ ਤੁਹਾਨੂੰ ਜਿਹੜੀ ਉਸਦੀ ਤਾਂ ਸਮਝਾਵਾਂਗੀ ਇਸ ਦਾ ਆਨਸਰ ਕੀ ਹੈ, ਇਸ ਦੇ ਨਾਲ ਨਾਲ ਇੰਪੋਰਟੈਂਟ ਐਕਟਸ ਦੇ ਮੇਨ ਪ੍ਰੋਵੀਜ਼ਨਸ ਵੀ ਨੋਟ ਕਰਵਾ ਦਾਂਗੀ। ਓਕੇ ਜੀ, ਸੋ ਲੈਟਸ ਸਟਾਰਟ ਵਿਦ ਅਵਰ ਕਲਾਸ। ਇਹ ਰਿਹਾ ਤੁਹਾਡਾ ਪਹਿਲਾ ਕੁਐਸਚਨ, employment of children for begging। begging ਕੀ ਹੁੰਦਾ ਹੈ ਜੀ? ਭੀਖ ਮੰਗਣਾ ਹੁੰਦਾ ਹੈ। begging is punishable with dash under the Juvenile Justice Care and Protection Children Act 2015। 2015 ਥੋੜਾ ਲੇਟੈਸਟ ਜਿਹੜਾ ਐਕਟ ਹੈ ਜੁਵਨਾਈਲ ਜਸਟਿਸ ਦਾ, ਉਹ 2015 ਦਾ ਹੈ। ਠੀਕ ਹੈ ਜੀ। ਹੁਣ क्वेश्चन सॉल्व करन तो पहला मैं चलदी एक इंपॉर्टेंट ਤੁਹਾਨੂੰ ਅੱਜ ਗੱਲ ਨੋਟ ਕਰਾਵਾਂਗੀ। ਜੁਵਨਾਈਲ ਜਸਟਿਸ ਐਕਟ ਦੇ ਤਹਿਤ ਜਿਹੜੀ ਬੱਚੇ ਦੀ ਉਮਰ ਹੈ, ਤੁਸੀਂ ਗੱਲ ਯਾਦ ਰੱਖਣਾ ਜੀ, 7 ਸਾਲ ਤੋਂ ਲੈ ਕੇ 18 ਹੁੰਦੀ ਹੈ। ਕਿਉਂ 7 ਤੋਂ ਹੁੰਦੀ ਹੈ? ਬਿਕੋਜ਼ 83 ਸੈਕਸ਼ਨ ਆਫ योर IPC ਦੇ ਤਹਿਤ ਜਿਹੜਾ 7 ਸਾਲ ਦਾ ਬੱਚਾ ਹੁੰਦਾ, 7 ਸਾਲ ਦੀ ਉਮਰ ਤੱਕ ਦਾ ਬੱਚਾ ਅਗਰ ਕੋਈ ਆਫੈਂਸ ਕਰਦਾ ਹੈ ਤਾਂ ਉਸ ਨੂੰ ਮਾਫ ਕੀਤਾ ਜਾਂਦਾ ਹੈ। ਹੀ ਹੈਜ਼ ਅ ਕੰਪਲੀਟ ਡਿਫੈਂਸ ਅੰਡਰ ਸੈਕਸ਼ਨ 83 ਆਫ IPC। ਠੀਕ ਹੈ ਜੀ, ਇਹ ਤੁਹਾਡਾ ਜਨਰਲ ਡਿਫੈਂਸਿਸ ਦੇ ਚੈਪਟਰ ਦੇ ਤਹਿਤ ਦੱਸੀਆਂ ਹੋਈਆਂ ਨੇ ਗੱਲਾਂ। ਤਾਂ ਉਸ ਦੇ ਵਿੱਚ ਇਵਨ ਇਹ ਵੀ ਪ੍ਰੋਵੀਜ਼ਨ ਹੈ ਕਿ ਜਿਹੜਾ 7 ਸਾਲ ਤੋਂ ਉੱਪਰ ਤੇ 14 ਸਾਲ ਤੋਂ ਘੱਟ ਉਮਰ ਦਾ ਬੱਚਾ ਹੋਏਗਾ, 17 to 14 ਦੇ ਬਾਰ ਕੋਡ ਦੇ ਬਾਰ ਦੇ ਵਿੱਚ ਜਿਹੜਾ ਫਾਲ ਕਰੇਗਾ ਬੱਚਾ, ਉਸਦੀ ਅਸੀਂ ਕੀ ਚੈੱਕ ਕਰਨੀ ਹੈ? ਮੈਚੁਰਿਟੀ ਲੈਵਲ ਚੈੱਕ ਕਰਨਾ ਹੈ ਕਿ is that child, you know, he has that maturity, is well mature enough to understand the consequences of the offense। ਕਿ ਉਹਨੂੰ ਸਮਝ ਲੱਗ ਰਿਹਾ ਸੀ ਕਿ ਉਹ ਕਿਹੜਾ offense ਕਰ ਰਿਹਾ? ਜੇ ਤਾਂ ਉਹਨੂੰ ਸਮਝ ਲੱਗ ਰਿਹਾ ਸੀ, it means ਉਹ mature ਹੈ, ਉਹਨੂੰ ਪਨਿਸ਼ਮੈਂਟ ਦਿੱਤੀ ਜਾਏਗੀ ਜੁਵਨਾਈਲ ਐਕਟ ਦੇ ਤਹਿਤ। ਅਗਰ ਉਹ mature enough ਹੈ ਨਹੀਂ, ਉਹਨੂੰ ਐਵੇਂ ਉਹਨੇ ਕੋਈ offense ਕਰ ਦਿੱਤਾ ਗਲਤੀ ਦੇ ਨਾਲ, ਫਿਰ ਅਗੇਨ ਉਸਨੂੰ ਡਿਫੈਂਸ ਮਿਲ ਜਾਂਦਾ ਹੈ। ਠੀਕ ਹੈ ਜੀ। ਸੋ ਤੁਸੀਂ ਕੀ ਗੱਲ ਯਾਦ ਰੱਖਣੀਆਂ ਨੇ? ਦੇਖੋ ਕੁਝ ਸੈਕਸ਼ਨਸ ਹੁੰਦੇ ਨੇ IPC ਦੇ ਜਾਂ ਫਿਰ ਤੁਹਾਡੇ ਮੇਨ ਐਕਟਸ ਆ ਜਿਹੜੇ ਕੋਰਿਲੇਟ ਕਰਦੇ ਨੇ, ਔਰ ਸਾਡੀ ਬੀਇੰਗ ਅ ਟੀਚਰ ਕੀ ਡਿਊਟੀ ਹੁੰਦੀ ਹੈ, ਲਾਅ ਪੜ੍ਹਿਆ ਜੀ, ਸਾਡੀ ਡਿਊਟੀ ਬਣਦੀ ਹੈ ਕਿ ਤੁਹਾਨੂੰ ਅਸੀਂ ਮੇਨ ਸਾਰੀ ਚੀਜ਼ਾਂ ਨਾਲ ਦੀ ਨਾਲ ਕੋਰਿਲੇਟ ਕਰਦੇ ਜਾਈਏ ਸੋ ਦੈਟ ਤੁਹਾਡਾ ਫਾਇਦਾ ਹੋ ਜਾਏ। ਠੀਕ ਹੈ ਜੀ। ਸੋ ਕੀ ਗੱਲ ਯਾਦ ਰੱਖਣੀ ਹੈ? ਅਗਰ ਦੇਖੋ ਯਾਦ ਰੱਖਣਾ, ਅਗਰ ਪੇਪਰ 'ਚ ਆ ਗਿਆ ਅਪ ਟੂ 18 ਈਅਰਸ, ਠੀਕ ਹੈ, बट अगर स्पेसिफिकली एज दी हुई तो याद रखना 17 to 18 ईयर ऑफ अ चाइल्ड इज पनिशेबल बिकॉज 7 साल का बच्चा हैज अ कंप्लीट डिफेंस। ठीक है जी। नाउ हुण आ जो असीं ये दसना आ कि जिहड़े इंप्लॉयमेंट ऑफ चिल्ड्रन जिहड़े असीं बच्चियां नूं भीख मंगण लई लगा दिंने आ, ਉਹ ਕਿਹੜੇ ਸਾਡੇ ਇਹਨਾਂ ਵਿੱਚੋਂ ਕਿਹੜੇ ਜੇ ਪਨਿਸ਼ੇਬਲ ਅਫੈਂਸ ਹੈ, ਤੇ ਮਤਲਬ ਉਸ ਦੇ ਵਿੱਚ ਅਸੀਂ ਹੁਣ ਇਹ ਦੱਸਣਾ ਕਿ ਕਿੰਨੀ ਟਰਮ ਲਈ ਉਹ ਬੰਦਾ ਜਿਹੜਾ ਹੁੰਦਾ ਹੈ ਪਨਿਸ਼ੇਬਲ ਹੋ ਜਾਂਦਾ ਹੈ। ਤੇ ਇਸ ਦੇ ਵਿੱਚ ਦੇਖੋ ਤੁਸੀਂ ਗੱਲ ਯਾਦ ਰੱਖਣਾ, ਅਪ ਟੂ 5 ਇਅਰਸ ਹੁੰਦੀ ਹੈ ਜੀ ਇਹਦੀ ਪਨਿਸ਼ਮੈਂਟ, ਤੇ ਨਾਲ ਫਾਈਨ ਲੱਗਦਾ ਹੈ ਜੀ 1 ਲੱਖ ਰੁਪੀਸ ਦਾ। ਠੀਕ ਹੈ ਜੀ। ਹੁਣ ਆਪਸ਼ਨ ਦੇਖਦੇ ਹਾਂ, ਟਰਮ ਵਿਚ में एक्सटेंड टू 7 इयर्स, 7 इयर्स नहीं है जी। अ टर्म विच में एक्सटेंड टू 1 ईयर नहीं है जी। अ टर्म विच में एक्सटेंड टू 3 इयर्स नहीं है जी। अ टर्म विच में एक्सटेंड टू 5 इयर्स यस एंड शैल आल्सो बी लायबल टू अ फाइन ऑफ 1 लाख रुपीस। ये ਤੁਹਾਡਾ प्रीवियस ईयर पेपर ਦੇ ਵਿੱਚ ਆ ਰੱਖਿਆ ਹੈ क्वेश्चन। ठीक है, कई बार ਉਹ ਸੈਕਸ਼ਨ ਪੁੱਛ ਲੈਂਦੇ ਨੇ। ठीक है जी। ਤੇ ਆਨਸਰ ਦੇਖੀਏ ਜੀ ਹੁਣ ਇਹਦਾ आंसर इज योर 4। सैक्शन ਇਹਦਾ ਹੈ ਜੀ 76। ਸੈਕਸ਼ਨ ਕਿਹੜਾ ਹੈ ਜੀ ਤੁਹਾਡਾ? 76 ਸੈਕਸ਼ਨ ਹੈ, ਜਿਸ ਦੇ ਵਿੱਚ ਇਹ ਵਾਲੀ ਪਨਿਸ਼ਮੈਂਟ ਦਿੱਤੀ ਹੋਈ ਹੈ ਬੈਗਿੰਗ ਦੀ। ਕੀ ਕਹਿ ਰਹੇ ਨੇ? whoever employs or uses any child, ਜਿਹੜਾ ਤੁਹਾਡੇ ਬੱਚੇ ਨੂੰ ਇੰਪਲੋਏ ਕਰਦਾ ਹੈ ਜਾਂ ਕਿਸੇ ਬੱਚੇ ਨੂੰ ਯੂਜ਼ ਕਰਦਾ ਹੈ for the purpose of begging or causes any child to beg shall be punishable with imprisonment for a term which may extend to 5 years and also be liable for a fine of 1 lakh rupees। ਕਿਹੜਾ ਸੈਕਸ਼ਨ ਆ ਗਿਆ ਜੀ? 76। ਨੋਟ ਕਰ ਲਓ ਨਾਲ ਨਾਲ। ਠੀਕ ਹੈ ਜੀ। ਇਸ ਦੇ ਵਿੱਚ ਹੁਣ ਅੱਗੇ ਮੇਨ ਗੱਲ ਕੀ ਹੈ? ਅੰਡਰ IPC ਆਫਟਰ ਦ ਏਜ ਆਫ 7 ਇਅਰਸ, ਇਹ ਤੁਹਾਨੂੰ ਮੈਂ ਗੱਲ ਸਮਝਾਤੀ ਆ। From the age of 16 in the case of heinous crime juvenile can be tried as an adult। ਇਹ ਤੁਹਾਡੀ ਮੇਨ ਪ੍ਰੋਵੀਜ਼ਨ ਐਡ ਹੋਈ ਸੀ, ਇਹ ਨੋਟ ਕਰ ਲਓ ਕਿ ਜਿਹੜਾ ਬੱਚਾ 16 ਸਾਲ ਦੀ ਉਮਰ ਦਾ ਤੇ ਉਹਨੇ ਕੋਈ ਹੀਨੀਅਸ ਕ੍ਰਾਈਮ ਕਰਤਾ। ਹੀਨੀਅਸ ਕ੍ਰਾਈਮ ਕਿਹੜੇ ਹੁੰਦੇ ਤੁਹਾਡੇ? ਮਰਡਰ, ਰੇਪ। ਠੀਕ ਹੈ ਜੀ। ਜੇ ਕਿਸੇ ਬੱਚੇ ਨੇ ਉਹ 16 ਸਾਲ ਦਾ ਆ ਤੇ ਉਹਨੇ ਆਹ ਕ੍ਰਾਈਮ ਕਰ ਦਿੱਤਾ ਤੇ ਕੀ ਮੰਨਿਆ ਜਾਏਗਾ ਕਿ ਉਹਨੂੰ ਅਸੀਂ ਐਜ਼ ਅ ਐਡਲਟ ਹੀ ਟਰਾਈ ਕਰਾਂਗੇ। ਟਰਾਈਡ, ਦੇਖੋ ਟਰਾਇਲ ਵਰਡ ਜਿਹੜਾ ਤੁਹਾਡਾ ਹੁੰਦਾ ਆ
ਉਹ ਕੀ ਕਹਿੰਦਾ ਆ, ਟ੍ਰਾਇਲ ਵਰਡ ਕਹਿੰਦਾ ਆ ਜਿਹੜੀ ਤੁਹਾਡੀ ਆਹ ਪੇਸ਼ੀਆਂ ਜਾਂ ਤੁਹਾਡਾ ਕੇਸ ਫਾਈਲ ਹੋ ਜਾਂਦਾ ਨਾ, ਠੀਕ ਹੈ, ਤਾਂ ਉਹਨੂੰ ਕੀ ਕਹਿੰਦੇ, ਕੋਰਟ ਵਿੱਚ ਟ੍ਰਾਇਲ ਲੱਗ ਗਿਆ, ਠੀਕ ਹੈ, ਤਾਂ ਕਰਕੇ ਇੱਥੇ ਟ੍ਰਾਈਡ, ਇਹ ਥੋੜੀ ਸਕਰੀਨ ਬਹੁਤ ਓਵਰ ਸੈਂਸਿਟਿਵ ਅੱਗੇ ਹੋਈ ਜਾਂਦੀ ਹੈ ਤੁਹਾਡੀਆਂ ਸਲਾਈਡਸ, ਚਲੋ ਟ੍ਰਾਈਡ ਵਰਡ ਤਾਂ ਕਰਕੇ ਆ ਜਾਂਦਾ ਹੈ। ਓਕੇ ਜੀ, ਸਮਝ ਗਏ ਇਸ ਗੱਲ ਨੂੰ ਵੀ। ਨਾਓ ਸੀਰੀਅਸ ਆਫੈਂਸਿਸ ਜਿਹੜੇ ਹੁੰਦੇ ਪਨਿਸ਼ਮੈਂਟ 3 ਤੋਂ 7 ਸਾਲ ਦੀ ਹੋਏਗੀ, ਐਗਜ਼ਾਮਪਲ ਚੀਟਿੰਗ, ਕਾਉਂਟਰਫੀਟਿੰਗ ਔਰ ਹੀਨੀਅਸ ਆਫੈਂਸ। ਦੇਖੋ ਕੋਈ ਹੀਨੀਅਸ ਆਫੈਂਸ ਦੀ ਪਨਿਸ਼ਮੈਂਟ ਆ ਗਈ ਤੁਹਾਨੂੰ ਤੇ ਕੀ ਯਾਦ ਰੱਖਣਾ ਆ, 7 ਇਅਰਸ, ਐਗਜ਼ਾਮਪਲ ਮਰਡਰ, ਰੇਪ ਤੇ ਰੋਬਰੀ। ਠੀਕ ਹੈ ਜੀ, ਤੁਹਾਨੂੰ ਮੈਂ ਐਕਸਟਰਾ ਇਨਫੋਰਮੇਸ਼ਨ ਦੇਤੀ। ਇਸ ਦੇ ਵਿੱਚ ਐਕਸਟਰਾ ਤੁਹਾਨੂੰ ਕੀ ਜਾਣਨ ਨੂੰ ਅੱਜ ਮਿਲਿਆ, ਇੱਕ 76 ਸੈਕਸ਼ਨ ਤੁਸੀਂ ਲਿਖ ਲਓ, ਦੂਜਾ ਜੁਵੈਨਾਈਲ ਕਿੰਨੀ ਸਾਲ ਦਾ ਬੱਚਾ ਹੁੰਦਾ ਹੈ, ਤੇ ਜੇ ਕੋਈ 16 ਸਾਲ ਦੀ ਉਮਰ ਦਾ ਹੈ ਉਹਨੂੰ ਐਜ਼ ਅਡਲਟ ਟਰਾਈ ਕਰ ਦਿੰਦੇ ਆ ਜੀ। ਓਕੇ ਜੀ, ਬਿਕੋਜ਼ ਆਫ ਦਿਸ, ਬਿਕੋਜ਼ ਉਹਨੇ ਬਹੁਤ ਹੀਨੀਅਸ ਕ੍ਰਾਈਮ ਕੀਤਾ ਹੈ ਅੰਡਰ ਦ ਜੁਵੈਨਾਈਲ ਐਕਟ। ਓਕੇ ਜੀ, ਨਾਓ ਆ ਗਿਆ ਥੋੜਾ ਨੈਕਸਟ ਕੁਐਸਚਨ। ਹੁਣ ਆ ਗਿਆ ਜਿਨਸੀ ਪਰੇਸ਼ਾਨੀ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ ਐਕਟ। ਦੇਖੋ ਜਿਨਸੀ ਪਰੇਸ਼ਾਨੀ, ਜਿਨਸੀ ਅਪਰਾਧਾਂ ਤੋਂ, ਇਹ ਤੁਹਾਡਾ ਕਿਹੜਾ ਐਕਟ ਆ ਗਿਆ, ਇਹ ਆ ਗਿਆ ਪੋਕਸੋ, ਪ੍ਰੋਟੈਕਸ਼ਨ ਵਾਲਾ ਥੋੜਾ ਆਫੈਂਸਿਸ ਫॉर चिल्ड्रन, है ना, ਸੈਕਸ਼ੂਅਲ ਆਫੈਂਸਿਸ ਵਾਲਾ। ਤੁਹਾਨੂੰ ਅਗਰ ਯਾਦ ਹੋਵੇ ਇਹਨੂੰ ਤੁਸੀਂ ਇੱਥੋਂ ਸਮਝਣਾ, ਜਿਨਸੀ ਪਰੇਸ਼ਾਨੀ ਕਿਹੜਾ ਆ ਗਿਆ, ਮਤਲਬ ਸੈਕਸ਼ੂਅਲ ਆਫੈਂਸਿਸ ਨੂੰ ਅਸੀਂ ਜਿਨਸੀ ਪਰੇਸ਼ਾਨੀ ਬੋਲ ਦਿੰਨੇ ਆ। ਠੀਕ ਹੈ ਜੀ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ, ਬੱਚੇ ਆ ਗਿਆ ਸਮਝ ਜਾਣਾ। ਇਹ ਪੋਕਸੋ ਥੋੜਾ ਚਿਲਡਰਨ ਦੀ ਐਕਟ ਦੀ ਗੱਲ ਕਰਦਾ, ਦੋ ਹੀ ਬੱਚਿਆਂ ਦੇ ਬਣੇ ਹੋਏ ਨੇ, ਪੋਕਸੋ ਬਣਿਆ ਹੋਇਆ ਤੇ ਜੁਵੈਨਾਈਲ ਜਸਟਿਸ ਬਣਿਆ ਹੋਇਆ ਤੁਹਾਡਾ। ਠੀਕ ਹੈ ਜੀ, ਨਾਓ ਦੀ ਧਾਰਾ। ਹੁਣ ਦੇਖੋ ਜੇ ਵਰਡ ਧਾਰਾ ਆ ਜਾਏ ਤਾਂ ਕੀ ਮਤਲਬ ਹੁੰਦਾ ਹੈ, ਸੈਕਸ਼ਨ। ਠੀਕ ਹੈ ਜੀ, ਨਾਓ 11 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ ਹੈ, ਇਹ ਇਹਨਾਂ ਵਿੱਚੋਂ ਕਿਸ ਨੂੰ ਸ਼ਾਮਲ ਨਹੀਂ ਕਰਦਾ। ਹੁਣ ਜਿਨਸੀ ਪਰੇਸ਼ਾਨੀ ਦੱਸਣਾ ਆ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ਾਂ ਨੂੰ ਜਿਹੜਾ ਆ ਕਵਰ ਨਹੀਂ ਕਰਦਾ। ਠੀਕ ਹੈ, ਅਸ਼ਲੀਲ ਮਕਸਦਾਂ ਦੇ ਲਈ ਇਸ ਰੂਪ ਜਾਂ ਮੀਡੀਆ ਰਾਹੀਂ ਬੱਚਿਆਂ ਨੂੰ ਕੋਈ ਵਸਤੂ ਵਿਖਾਉਣੀ। ਇਹ ਕੀ ਹੁੰਦਾ ਆ, ਜਦ ਅਸੀਂ ਕੋਈ ਬੱਚਿਆਂ ਨੂੰ ਪੋਰਨੋਗ੍ਰਾਫੀ ਵਗੈਰਾ ਦੀ ਦਿਖਾ ਦਿੰਨੇ ਆ, ਸੈਕਸ਼ੂਅਲ ਇਮੇजेस, ਤਾਂ ਉਸ ਦੀ ਗੱਲ ਕੀਤਾ ਹੋਇਆ, ਇਹ ਥੋੜਾ ਕਵਰ ਕੀਤਾ ਹੋਇਆ ਜੀ। ਬੱਚੇ ਨੂੰ ਦੇਹ ਵਪਾਰ ਵਿੱਚ ਸ਼ਾਮਿਲ ਕਰਨਾ ਯਾਨੀ ਕਿ ਟ੍ਰੈਫਿਕਿੰਗ, ਇਹ ਤੁਹਾਡਾ ਜਿਹੜਾ ਹੈ, ਇਹ ਜਿਹੜਾ ਤੁਹਾਡਾ ਕਵਰ ਨਹੀਂ ਕੀਤਾ ਗਿਆ। ਠੀਕ ਹੈ, ਇੱਕ ਬੱਚੇ ਨੂੰ ਉਸਦੇ ਸਰੀਰ ਦਾ ਪ੍ਰਦਰਸ਼ਨ ਕਰਵਾਉਣਾ, ਠੀਕ ਹੈ, ਇਹ ਵੀ ਕਵਰ ਕੀਤਾ ਗਿਆ ਹੈ। ਕਿਸੇ ਬੱਚੇ ਨੂੰ ਅਸ਼ਲੀਲ ਉਦੇਸ਼ਾਂ ਦੇ ਲਈ ਲੁਭਾਉਣਾ ਜਾਂ ਉਸਦੇ ਲਈ ਰੀਝ ਪੂਰਤੀ ਕਰਨਾ, ਇਹ ਵੀ ਕਵਰ ਕੀਤਾ ਗਿਆ ਹੈ। ਹੈਂਸ ਤੁਹਾਡਾ ਸੈਕੰਡ ਆਪਸ਼ਨ ਜਿਹੜਾ ਹੈ ਉਹ ਕਵਰ ਨਹੀਂ ਕੀਤਾ ਹੋਇਆ, ਬੱਚੇ ਨੂੰ ਦੇਹ ਵਪਾਰ ਦੇ ਵਿੱਚ ਸ਼ਾਮਿਲ ਕਰਨ ਵਾਲਾ। ਓਕੇ ਜੀ, ਸੋ ਹੈਂਸ 2 ਇਜ਼ ਦ ਆਨਸਰ। ਹੁਣ ਅਸੀਂ ਪੜ੍ਹਦੇ ਹਾਂ ਜੀ ਸੈਕਸ਼ੂਅਲ ਹਰਾਸਮੈਂਟ, ਜਿਨਸੀ ਪਰੇਸ਼ਾਨੀ ਕਿਆ ਹੁੰਦੀ ਤੁਹਾਡੀ, a person is said to commit sexual harassment upon child when such persons with sexual intent। ਹੁਣ ਦੇਖੋ ਬੰਦੇ ਦਾ ਸੈਕਸ਼ੂਅਲ ਇੰਟੈਂਟ ਹੋਣਾ ਚਾਹੀਦਾ, ਫਟਾਫਟ ਨੋਟ ਕਰ ਲੈਣਾ, ਇਸ ਦੇ ਵਿੱਚ ਐਸ ਸੱਚ ਕੋਈ ਇੰਪੋਰਟੈਂਟ ਤੁਹਾਡੇ ਲਈ ਨਾ ਹੈ ਨਹੀਂ ਚੀਜ਼ਾਂ। ਠੀਕ ਹੈ, ਕਹਿੰਦੇ ਪਹਿਲੀ ਗੱਲ ਕੀ ਹੈ, ਅਟਰਸ ਐਨੀ ਵਰਡ ਔਰ ਮੇਕਸ ਐਨੀ ਸਾਊਂਡਸ ਔਰ ਮੇਕ ਐਨੀ ਜੈਸਚਰਸ। ਠੀਕ ਹੈ, ਇਹ ਗੱਲ ਯਾਦ ਰੱਖ ਲੈਣਾ। ਦੂਸਰੀ ਕੀ ਦੱਸੀ ਹੋਈ ਆ, make a child exhibit his body or his any body part। ठीक है, now shows an object to a child। ਬੱਚੇ ਨੇ ਥੋੜਾ ਪੁਆਇੰਟ ਕਵਰ ਕੀਤਾ ਹੋਇਆ ਸੀ, ਮੀਡੀਆ ਜਾਂ ਪੋਰਨੋਗ੍ਰਾਫਿਕ ਪਰਪਸਿਸ ਲਈ ਬੱਚਿਆਂ ਨੂੰ ਕੋਈ ਇਦਾਂ ਦੀ ਚੀਜ਼ ਦਿਖਾ ਦੇਣੀ। repeatedly or constantly follows or watches the contacts the child either directly or through electronic, digital or any other means। threatens to use in any form of media, real or fabricated depiction through electronic, film और डिजिटल, ये भी थोड़ा पॉइंट उसे दिता है, इस करके आ जाएगा जी। एंटाइसिस द चाइल्ड फॉर पोर्नोग्राफी पर्पसेस और गिव ग्रेटिफिकेशन, देयरफॉर ये वाला पॉइंट आ गया। कितने भी थोड़े ट्रैफिकिंग नहीं दस्या होया कि बच्चे ਨੂੰ ਅਸੀਂ मतलब कि देह ਵਪਾਰ ਲਈ ਲੈ ਕੇ ਜਾ ਰਹੇ ਹੋ, ਕਿਤੇ ਪੁਆਇੰਟ ਕਵਰ ਨਹੀਂ ਹੈ। ਇਹ ਦੇਖੋ ਤੁਹਾਡਾ ਇੱਕ ਵਾਰੀ, ਇਹ ਦੂਜੀ ਵਾਰੀ ਤੁਹਾਡਾ ਕੁਐਸਚਨ ਆਇਆ, ਇੱਕ ਵਾਰ ਇੰਗਲਿਸ਼ ਚ ਆਇਆ ਸੀ, ਇੱਕ ਪੇਪਰ ਚ ਉਹਨੇ ਪੰਜਾਬੀ ਚ ਆਇਆ ਹੋਇਆ, ਤਾਂ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਣਾ ਬੱਚਿਆਂ ਤੁਹਾਨੂੰ ਸਾਰਿਆਂ ਨੂੰ। ਬਾਕੀ ਸਾਰੇ ਪੁਆਇੰਟਰਸ ਯਾਦ ਰਹਿੰਦੇ ਨੇ, ਟ੍ਰੈਫਿਕਿੰਗ ਵਾਲਾ ਤੁਹਾਨੂੰ ਲੱਗਦਾ ਸ਼ਾਇਦ ਇਹ ਹੋਏਗਾ, ਬਟ ਇਹ ਹੈ ਨਹੀਂ। ਠੀਕ ਹੈ ਜੀ, ਨਾਓ ਨੈਕਸਟ, which of the following statement is correct regarding one nation one armsman approach। it is, ਦੇਖੋ ਆਰਮਸਮੈਨ ਕੀ ਹੁੰਦਾ ਆ, ਬੈਂਕਸ ਵਿੱਚ ਤੁਹਾਡੇ ਬਿਠਾ ਦਿੰਦੇ ਆ ਤਾਂ ਕਿ ਕੰਜ਼ਿਊਮਰ ਗ੍ਰੀਵੈਂਸਸ ਜਿਹੜੀਆਂ ਨੇ ਤੁਹਾਡੀਆਂ ਸੋਲਵ ਹੋ ਸਕਣ, ਕਸਟਮਰ ਦੀਆਂ ਜਿਹੜੀਆਂ ਕੋਈ ਪ੍ਰੋਬਲਮਾਂ ਹੁੰਦੀਆਂ ਆ ਉਹ ਸੋਲਵ ਕਰਦਾ ਆ। ਠੀਕ ਹੈ ਜੀ, ਸੋ ਇਸ ਦੇ ਵਿੱਚ ਤੁਸੀਂ ਦੇਖਣਾ ਹੁਣ ਕਿਹੜਾ ਆਨਸਰ ਠੀਕ ਆ। ਇਟ ਇਜ਼ ਦ ਕੰਜ਼ਿਊਮਰ ਗ੍ਰੀਵੈਂਸ ਰਿਡਰੈਸਲ ਸਕੀਮ, ਯੈਸ ਇਟ ਇਜ਼। Now, this scheme was announced by the Central Board of Indirect Taxes। No, it was not announced by them। So, ਤੁਹਾਡਾ first option ਠੀਕ ਆ, second ਨਹੀਂ ਠੀਕ ਆ, hence second is your option। Let us see the answer, yes। ਹੁਣ ਆ ਜਾਓ
कहते an ombudsman is an official person, representative or department that deals with complaint filed by citizens against public authorities. This concept कित्थों आया जी? क्वेश्चन थोड़ा बनता है स्वीडन तो आया जी. This means an official appointed by the legislature to deal with the complaint in India, and the government has appointed an ombudsman. One nation, one ombudsman to resolve complaints in the following areas. कित्थे कित्थे ਹੁੰਦੀਆਂ ਨੇ ਜੀ ਤੁਹਾਡੀ ਇੰਸ਼ੋਰੈਂਸ ਦੇ ਵਿੱਚ, ਇਨਕਮ ਟੈਕਸ, ਬੈਂਕ ਦੇ ਵਿੱਚ, ਠੀਕ ਹੈ. ਇਹ ਕਦੋਂ ਆਇਆ ਸੀ? ਪ੍ਰਾਈਮ ਮਿਨਿਸਟਰ ਜੀ ਨੇ ਦੇਖੋ ਕੀਤਾ ਸੀ, ਤਾਂ ਕਰਕੇ ਥੋੜਾ ਸੈਕੰਡ ਆਪਸ਼ਨ ਗਲਤ ਸੀ, ਠੀਕ ਹੈ ਜੀ. ਪ੍ਰਾਈਮ ਮਿਨਿਸਟਰ ਮੋਦੀ ਅਨਾਉਂਸ ਦਾ ਆਰਬੀਆਈ's ਨਿਊ ਕੰਪਲੇਂਟ ਮੈਕੈਨਿਜ਼ਮ. ਇਹ ਕੀ ਹੁੰਦਾ ਤੁਹਾਡਾ ਗੱਲ ਯਾਦ ਰੱਖਣਾ ਹੈ, ਆਰਬੀਆਈ ਦਾ ਹੀ ਹੁੰਦਾ ਆ ਕੰਪਲੇਂਟ ਮੈਕੈਨਿਜ਼ਮ. ਇਹਨਾਂ ਨੇ ਅਪਾਇੰਟ ਕੀਤਾ ਸੀ ਬੈਂਕਸ ਦੇ ਵਿੱਚ, ठीक है. The integrated ombudsman system, the Reserve Bank integrated ombudsman scheme RBIO's aims to quickly track and resolve customer complaints against central bank regulated entities. ठीक है जी. ये थोड़ा वैसे दूसरा क्वेश्चन आ गया, कोई नहीं. नाउ नेक्स्ट क्वेश्चन ते आपां चलदे हां. ए किसी इमारत दे आउटलेट ते हथियारबंद आदमी तैनात करदा है ते Z ਨੂੰ ਦੱਸਦਾ ਹੈ ਕਿ ਉਹ Z ਤੇ ਗੋਲੀਆਂ ਚਲਾ ਦੇਣਗੇ ਜੇਕਰ Z ਨੇ ਇਮਾਰਤ ਨੂੰ ਛੱਡਣ ਦੀ ਕੋਸ਼ਿਸ਼ ਕੀਤੀ. ਇਹ ਡੈਸ਼ ਦੋਸ਼ੀ ਹੈ. ਇਹ ਤੁਹਾਡੀ ਐਸ ਪ੍ਰੋਪੋਜੀਸ਼ਨ ਆ ਰੱਖੀ ਆਈਪੀਸੀ ਦੀ. ਸਾਡੇ ਦੇਖੋ ਜੀ ਆਈਪੀਸੀ ਦੇ ਵਿੱਚ ਪਹਿਲਾਂ ਮਤਲਬ offense ਸਮਝਾਉਂਦੇ ਨੇ, ਉਸਦੇ ਨੀਚੇ ਇਲਸਟ੍ਰੇਸ਼ਨਸ ਹੁੰਦੀਆਂ ਨੇ, ਅਸੀਂ ਪ੍ਰੋਪੋਜੀਸ਼ਨ ਵੀ ਬੋਲਦੇ ਨੇ. ਐਸ ਪ੍ਰੋਪੋਜੀਸ਼ਨ ਬੇਸ ਤੁਹਾਡਾ ਕੁਐਸਚਨ ਆ ਰੱਖਿਆ ਹੈ, ठीक है जी. ਇਹ क्या ਹੁੰਦਾ ਜਦ ਆਪਾਂ ਕਿਸੇ ਨੂੰ, ਤੁਸੀਂ ਸਮਝੋ ਕਿ ਇਹ ਨੂੰ ਦੇਖੋ ਕਿਸੇ ਇਮਾਰਤ 'ਚ ਕਹਿੰਦੇ ਬੰਦ ਕਰਤਾ, ਠੀਕ ਹੈ, ਤੇ ਉਹਨੂੰ ਬੋਲਤੇ ਕਿ ਹਥਿਆਰਬੰਦ ਆਦਮੀ ਤੈਨਾਤ ਕਰ ਦਿੱਤੇ ਆ. ਇਹ ਕਿਸੇ ਇਮਾਰਤ ਦੇ ਆਊਟਲੈਟ ਤੇ ਹਥਿਆਰਬੰਦ ਆਦਮੀ, ਅੱਛਾ ਇਹਨੇ ਦੇਖੋ ਕੀ ਕੀਤਾ, ਇਮਾਰਤ ਦੇ ਆਊਟਲੈਟ ਦੇ ਬਾਹਰ ਹਥਿਆਰਬੰਦ ਆਦਮੀ ਜਿਹੜੇ ਨੇ ਉਹ ਤੈਨਾਤ ਕਰ ਦਿੱਤੇ ਨੇ, ਤੇ Z ਨੂੰ ਦੱਸਦਾ ਹੈ ਕਿ Z ਜੇ ਬਾਹਰ ਆਇਆ ਨਾ ਤੇ Z ਤੇ ਗੋਲੀਆਂ ਚਲਾ ਦੇਣਗੇ ਜੇ Z ਨੇ ਇਮਾਰਤ ਨੂੰ ਛੱਡਣ ਦੀ ਕੋਸ਼ਿਸ਼ ਕੀਤੀ. ਮਤਲਬ ਤੁਹਾਡਾ Z ਜਿਹੜਾ ਅੰਦਰ ਫਸ ਚੁੱਕਾ ਹੈ ਜੀ. ਤਾਂ ਹੁਣ ਅਸੀਂ ਇਹ ਦੱਸਣਾ ਆ ਕਿ A ਨੇ ਜਿਹੜੀ ਆ ਗੱਲ ਕੀਤੀ ਆ, ਇਹ ਕਿਸ ਚੀਜ਼ ਦਾ ਦੋਸ਼ੀ ਆ, ਠੀਕ ਹੈ. ਗਲਤ ਤਰੀਕੇ ਨਾਲ ਪਾਬੰਦੀ ਲਗਾਉਣ ਲਈ, ਗਲਤ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਲਈ, ਅਪਰਾਧੀ ਬਲ, ਦੂਜਿਆਂ ਦੇ ਜੀਵਨ ਅਤੇ ਨਿੱਜੀ ਸੁਰੱਖਿਆ ਨੂੰ ਸੰਕਟ, ਐਸਾ ਕੁਝ ਨਹੀਂ ਇਹਦਾ ਹੈ. ਗਲਤ ਤਰੀਕੇ ਨਾਲ wrongful confinement ਕੀਤੀ ਹੈ ਜੀ, ਇਹਦੀ ਨਾਲ ਹਿਰਾਸਤ ਵਿੱਚ ਲੈਣ ਲਈ ਉਹ ਦੋਸ਼ੀ ਕਰਾਰ ਕੀਤਾ ਜਾਏਗਾ, ਠੀਕ ਹੈ ਜੀ. ਇਸ ਪੜ੍ਹਦੇ ਹਾਂ ਅਸੀਂ, ਆਨਸਰ ਇਜ਼ 2. ਇਹਨੂੰ ਕੀ ਬੋਲਦੇ ਆ ਜੀ? wrongful confinement ਬੋਲਦੇ ਨੇ. ਤੁਹਾਡੇ ਆਈਪੀਸੀ ਦੇ ਵਿੱਚ ਦਿੱਤੀ ਗਈ ਹੈ ਸੈਕਸ਼ਨ 340 ਆਫ ਦਾ ਆਈਪੀਸੀ. whoever wrongfully restrains, ਦੇਖੋ ਇਹ ਜਿਹੜੀ ਚੀਜ਼ ਉਹਨਾਂ ਨੇ ਲਿਖੀ ਸੀ ਇਹੀ ਇਹਨਾਂ ਨੇ ਇੰਗਲਿਸ਼ 'ਚ ਸਮਝਾਈ ਹੋਈ ਆ ਕਿ ਕੋਈ ਜਦ ਕਿਸੇ ਨੂੰ wrongfully ਰੋਕਦਾ ਆ ਇਦਾਂ ਦੇ ਮੈਨਰ ਦੇ ਵਿੱਚ ਕਿ ਉਹ ਬੰਦਾ ਜਿਹੜਾ ਆ ਇੱਕ ਉਹਨੂੰ ਦਾਇਰਾ ਦੇ ਦਿੰਦੇ ਤੇ ਉਸ ਤੋਂ ਬਾਹਰ ਉਹ ਨਿਕਲ ਹੀ ਨਹੀਂ ਸਕਦਾ, ਠੀਕ ਹੈ ਜੀ. ਤਾਂ ਫਿਰ ਕਿਆ ਕਹਿ ਦਿੰਦੇ ਆ ਕਿ ਉਹਦੀ wrongful confinement ਕਰ ਲਈ. ਕਨਫਾਈਨਮੈਂਟ ਕੀ ਹੁੰਦਾ ਹੈ ਜੀ? ਕਿਸੇ ਨੂੰ ਜਦ ਅਸੀਂ ਇੱਕ ਦਾਇਰੇ ਦੇ ਸਮੇਤ ਬੰਦ ਕਰ ਦਈਏ. ਓਕੇ, ਤੁਹਾਡੀ ਜਿਹੜਾ ਕੁਐਸਚਨ ਸੀ ਉਸ 'ਚ ਇਹੀ ਗੱਲ ਕੀਤੀ ਹੋਈ ਸੀ. ਤੁਹਾਡੇ ਕੁਐਸਚਨ 'ਚ ਆਹ ਗੱਲ ਕੀਤੀ ਹੋਈ ਸੀ, ਗੱਬਰ places men with firearms at the outlets of the building and tells Veeru that they will fire at him if he attempts to leave the building. ਇਹੀ ਗੱਲ ਕੀਤੀ ਸੀ. ਇਹ ਨੇ ਬੰਦੇ ਤੈਨਾਤ ਕਰਤੇ, Z ਨੂੰ ਬੋਲੇ ਜੇ ਤੂੰ ਬਾਹਰ ਆਇਆ ਤੈਨੂੰ ਬੰਦਿਆਂ ਨੇ ਬਾਮ ਮਾਰ ਦੇਣਾ ਆ, ਤੂੰ ਬਾਹਰ ਨਹੀਂ ਆ ਸਕਦਾ, ਠੀਕ ਹੈ ਜੀ. ਤਾਂ ਇੱਥੇ ਇਹ ਨੇ ਕੀ ਕੀਤੀ ਸੀ? wrongful confinement ਕੀਤੀ ਸੀ. ਓਕੇ ਜੀ. ਕਾਫੀ ਐਗਜ਼ਾਮਪਲ ਪੜ੍ਹ ਲਓ ਜੀ. ਤੁਹਾਡੇ ਆਹ ਆ ਗਿਆ, ਦੋ ਪ੍ਰੋਪੋਜੀਸ਼ਨਸ ਐਡ ਕੀਤੀਆਂ ਨੇ. ਇਹ ਕੀ ਕਹਿੰਦੇ? ਰਾਧਿਕਾ causes Anamika to go within a walled space and locks Anamika in. ਠੀਕ ਹੈ ਜੀ. ਰਾਧਿਕਾ causes Anamika, ਹੁਣ ਇੱਕ walled space ਦੇ ਵਿੱਚ ਤੁਹਾਡੀ ਅਨਾਮਿਕਾ ਫਸ ਗਈ ਆ, ਠੀਕ ਹੈ, ਤੇ ਰਾਧਿਕਾ ਨੇ ਉਹਨੂੰ ਲੌਕ ਕਰਤਾ. Anamika is this prevented from proceeding in any directions beyond in circumscribing line of the walls, and so Radhika has wrongfully confined Anamika. ਤੁਸੀਂ ਦੇਖੋ ਇਸ ਕੀ ਯਾਦ ਰੱਖਣਾ ਆ, ਸੈਕਸ਼ਨ ਆ ਗਿਆ ਤਾਂ 340 ਨੋਟ ਕਰ ਲਓ ਜੀ. ਦੂਜੀ ਗੱਲ, wrongful confinement ਕੀ ਹੁੰਦੀ ਆ? ਜਦ ਅਸੀਂ ਕਿਸੇ ਨੂੰ ਰੋਕ ਦਿੰਨੇ ਆ ਇੱਕ ਲਿਮਿਟ, ਇੱਕ ਦਾਇਰੇ ਦੇ ਅੰਦਰ, ਤੇ ਉਹਨੂੰ ਤੋਂ ਬਾਹਰ ਜਾਣ ਲਈ ਜਦ ਅਸੀਂ ਰੋਕ ਦਿੰਨੇ ਆ, ਮਤਲਬ ਇੱਕ ਤਰ੍ਹਾਂ ਕਿਸੇ ਨੂੰ ਰੋਕ ਲਗਾਤੀ, ਰਿਸਟ੍ਰੇਨ ਲਗਾਤੀ. ਕਹੀ ਜੀ ਰਿਸਟ੍ਰੇਨ ਲਗਾਈ? ਰੋਂਗ ਰਿਸਟ੍ਰੇਨ ਲਗਾਈ, ਤਾਂ ਕਰਕੇ ਇਹਨੂੰ ਅਸੀਂ ਬੋਲ ਦਿੰਨੇ ਆ ਜਾਂ ਰਿਸਟ੍ਰੇਨਡ ਵੀ ਬੋਲ ਦਿੰਦੇ. ਕਨਫਾਈਨਮੈਂਟ ਦੀ ਗੱਲ ਕੀ ਹੁੰਦੀ ਹੈ? ਜਦ ਕਿਸੇ ਨੂੰ ਤੁਸੀਂ ਕਿਸੇ ਦੇ ਵਿੱਚ ਡੱਕਤਾ ਤਾਂ ਕਨਫਾਈਨਮੈਂਟ ਕਰਤੀ, ਕਨਫਾਈਨ ਕਰਤਾ, ਬੰਦੇ ਦੀ ਜਿਹੜੀ ਲਿਮਿਟ ਸੀ ਕਨਫਾਈਨ ਕਰਤੀਆਂ, ਕਿਸ ਤੋਂ ਬਾਹਰ ਉਹ ਆ ਨਹੀਂ ਸਕਦਾ. ਸਾਡੇ ਕੁਐਸਚਨ 'ਚ ਲਿਖਿਆ ਹੋਇਆ ਸੀ ਜੀ
ਜ਼ੈਡ ਨੂੰ ਕਨਫਾਈਨ ਕਰਤਾ ਕਿ ਬਿਲਡਿੰਗ ਦੇ ਵਿੱਚ ਜੇ ਤੂੰ ਬਾਹਰ ਆਇਆ ਆਦਮੀਆਂ ਕੋਲ ਹਥਿਆਰ ਤੈਨਾਤ ਨੇ, ਜੇ ਤੂੰ ਬਾਹਰ ਹੈ ਤੇ ਗੋਲੀਆਂ ਚੱਲ ਜਾਣਗੀਆਂ, ਜਿਸ ਕਰਕੇ ਉਹਦੀ ਰੋਂਗਫੁਲ ਕਨਫਾਈਨਮੈਂਟ ਕਰਤੀ, ਉਹਨੂੰ ਇੱਕ ਬਿਲਡਿੰਗ ਦੇ ਵਿੱਚ ਬੰਦ ਕਰਤਾ। ਰਿਸਟ੍ਰੇਂਟ ਵੀ ਤੁਹਾਡਾ ਆਂਦਾ ਹੁੰਦਾ, ਉਸ ਦੇ ਵਿੱਚ ਰਿਸਟ੍ਰੇਨ ਕਰ ਦਿੰਦੇ ਆ ਬੰਦੇ ਨੂੰ ਕਿ ਤੂੰ ਇਸ ਤੋਂ ਬਾਹਰ ਨਹੀਂ ਆ ਸਕਦਾ। ਤਾਂ ਹੁਣ ਤੁਸੀਂ ਵਰਡ ਤੋਂ ਸਮਝੋ ਇਸ offense ਨੂੰ, ਕੀ offense ਇਹ ਕੀ ਹੈ। wrongful confinement ਦੀ ਤੁਹਾਡੀ ਕੁਐਸਚਨ 'ਚ ਗੱਲ ਕੀਤੀ ਹੋਈ ਸੀ ਜੀ। ਸੈਕਸ਼ਨ ਤੁਹਾਡਾ 340 ਹੈ, ਤੁਹਾਡੀਆਂ ਦੋ ਪ੍ਰੋਪੋਜੀਸ਼ਨਸ। ਓਕੇ ਜੀ, ਹੁਣ ਆਪਾਂ ਇਸ ਦੀ ਚੱਲਦੇ ਆ ਪਨਿਸ਼ਮੈਂਟ ਤੇ। ਦੇਖੋ 340 ਦਾ ਤੁਹਾਡਾ offense ਦੱਸ ਦਿੰਦਾ, ਧਾਰਾ 340 ਕੀ ਦੱਸਦੀ ਹੈ ਜੀ, ਤੁਹਾਡੀ offense ਦੱਸ ਦਿੰਦੀ ਆ। ਹੁਣ 342 ਸੈਕਸ਼ਨ ਤੁਹਾਡਾ ਹੈਗਾ ਇਹ ਪਨਿਸ਼ਮੈਂਟ ਦੀ ਗੱਲ ਕਰਦਾ ਹੈ ਜੀ। ਪਨਿਸ਼ਮੈਂਟ ਬੇਸ ਤੁਹਾਡੇ ਕੁਐਸਚਨ ਆਉਂਦੇ, ਇਸ ਕਰਕੇ ਮੈਂ ਐਡ ਕਰਤਾ ਸੀ। ਹੁਣ ਇਹ ਸਮਝੋ, whoever wrongfully confines any person shall be punished with imprisonment of either है जी, और आ जाएगा, description for a term which may extend to 1 year or with a fine which may extend to 1000 rupees or both। कितना आ गया जी, 1 year सौखा है, इच कुछ है नहीं, और 1000 rupees, ठीक है जी, और both। ओके, नोट कर लिया नाल 340 रॉन्गफुल कन्फाइनमेंट, 342 की गल कर देती पनिशमेंट दी, ये पनिशमेंट है। नाल नोट्स बना लो, मेरे ना पढ़ोगे रट्टे सारे लगवा दांगी फटाफट। कोई भी क्वेश्चन इस चो आ गया, मेरे पढ़ाई चो आ गया, थोड़े पूरे नंबर पक्का आएंगे, ठीक है जी। इसके इंपॉर्टेंट केस भी एक नोट कर लो। स्टेट ऑफ गुजरात वर्सेस केशव लाई मंगन भाई गुजियो 1993 ਦਾ ਤੁਹਾਡਾ ਕੇਸ ਹੈ ਜੀ। ਇਟ ਵਾਸ ਡਿਸਕਸਡ ਬਾय द ਕੋਰਟ that for a charge of wrongful confinement proof of actual physical restriction is not essential। ठीक है, ਇਸ ਦੇ ਵਿੱਚ ਤੁਸੀਂ ਦੇਖੋ ਇਹ ਤਾਂ ਤੁਹਾਨੂੰ ਪੁੱਛਣਗੇ ਨਹੀਂ, ਇਹ ਪੁਆਇੰਟ ਲਿਖ ਦੇਣਗੇ ਤਾਂ ਕੇਸ ਪੁੱਛ ਲੈਣਗੇ। ਕੇਸ ਕਿਹੜਾ, ਸਟੇਟ ਆਫ ਗੁਜਰਾਤ ਵਰਸਸ ਕੇਸ਼ਵ लाई, ਇਹ ਯਾਦ ਰੱਖ ਲਿਓ। ਓਕੇ ਜੀ, ਅਗਲਾ ਕੇਸ ਕੀ ਹੈ, ਸਟੇਟ ਵਰਸਸ ਬਾਲਕ੍ਰਿਸ਼ਨ। The complaint was detained in the police station. When this was brought to the court, the accused claimed that complainant was at liberty to go away from the police station at any time। से थोड़ा पुलिस रिलेटेड केस है जी। कंप्लेनेंट ने की कहा सी कि पुलिस ने उन्हें डिटेन कर दिता सी, ठीक है। एंड व्हेन दिस वाज ब्रॉट टू द कोर्ट, द accused ने की बोलिया कि कंप्लेनेंट वाज एट द लिबर्टी टू गो अवे फ्रॉम द पुलिस स्टेशन एट एनी टाइम। मैंने बोलिया सी कोई रॉन्गफुल कन्फाइनमेंट दी नहीं की हैगी, डिटेनमेंट नहीं की, इन्होंने बोलिया सी जद मर्जी जा सकता है। तो ये केस के फैक्ट्स ने इंपॉर्टेंट नहीं है, इंपॉर्टेंट की है केस का नाम स्टेट वर्सेस बालकृष्ण। दूजा केस का नाम केड़ा इंपॉर्टेंट आ, स्टेट ऑफ गुजरात वर्सेस केशव लाई मंगन भाई गुजर। ओके जी, आज इस एक क्वेश्चन जो असीं किन्ने क्वेश्चन कर ले जी, 4-5 क्वेश्चन कर ले। हुण चलदे हैं नैक्सट ते थोड़ा आ गया अगेन सैक्शुअल हरासमेंट का केस क्वेश्चन आ गया। एज डिफाइंड अंडर द सैक्शुअल हरासमेंट ऑफ वुमेन at workplace prevention prohibition and redressal act 2013 does not include which of the following। ਹੁਣ ਇਸ ਦੇ ਵਿੱਚ ਅਸੀਂ ਦੱਸਣਾ ਆ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ is not included। ਓਕੇ ਜੀ, ਪਹਿਲਾ ਆ ਗਿਆ ਇਕਨੋਮਿਕ ਐਕਸਪਲੋਇਟੇਸ਼ਨ। ਇਕਨੋਮਿਕਲੀ ਕਿਸੇ ਨੂੰ ਤੁਸੀਂ ਐਕਸਪਲੋਇਟ ਕਰਦੇ ਹੋ, ਇਹ ਤੁਹਾਡਾ ਬਿਲਕੁਲ ਵੀ ਕਵਰ ਨਹੀਂ ਹੈ। ਸੋ ਦਿਸ ਇਜ਼ ਜੇ ਨਹੀਂ ਕਵਰ ਹੈ, ਨॉट ਇੰਕਲੂਡ ਦੱਸਣਾ ਹੈ, ਦਿਸ ਵਿਲ ਬੀ योर राइट आंसर। Demand or request for sexual favors, yes। Physical contacts and advances, yes। Making sexually colored remarks, yes। वैसे जे तुहानू ना भी आंदा होता तुसी वैसे ही इसदा आंसर सही दस सकते सी। किवें दस सकदे सी? सैक्शुअल हरासमेंट एंड वर्कप्लेस ते की हुंदा है, डिमांड रिक्वेस्ट हुंदी है जी सैक्शुअल फेवर दी, यस हुंदी है, ताही उत्थे ताही एक्ट बनिया। दूजा फिजिकल कॉन्टैक्ट एंड एडवांसेस हुंदे आ जी। मेकिंग सैक्शुअली कलर्ड रिमार्क्स हुंदे रिमार्क्स हुंदे ਇਹਦੇ ਵਿੱਚ ਵੀ। ਇੱਕ ਕਿਹੜੀ ਚੀਜ਼ ਨਹੀਂ ਹੁੰਦੀ ਜੇ ਤੁਹਾਨੂੰ ਨਾ ਵੀ ਪਤਾ ਹੋਵੇ ਤਾਂ ਵੀ ਤੁਸੀਂ ਆਂਸਰ ਦੱਸ ਸਕਦੇ। ਇਕਨੋਮਿਕ ਐਕਸਪਲੋਇਟੇਸ਼ਨ ਦੀ ਗੱਲ ਨਹੀਂ ਹੁੰਦੀ, ਬਿਕੋਜ਼ ਗੱਲ ਕਾਦੀ ਹੋ ਰਹੀ ਹੈ ਜੀ, ਸੈਕਸ਼ੂਅਲ ਹਰਾਸਮੈਂਟ ਦੀ ਗੱਲ ਹੋ ਰਹੀ ਹੈ। here 1 is your right answer। ਹੁਣ ਚੱਲਦੇ ਇਸ ਦੀ ਐਕਸਪਲੇਨੇਸ਼ਨ ਤੇ। sexual harassment includes any one or more of the following unwelcome acts or behavior whether directly or by implication, namely पहला physical contact and advances, demand or request for sexual favors, making sexually colored remarks, showing pornography, any other unwelcome physical, verbal or non-verbal conduct of sexual nature। ਹੁਣ ਸਾਰੇ 5 ਦੇ 5 ਤੁਹਾਡੇ sexual nature ਦੀ ਗੱਲ ਕਰਦੇ ਆ, ਨੋਟ ਕਰ ਲਓ, ਠੀਕ ਹੈ, ਸਕਰੀਨਸ਼ਾਟ ਲੈ ਕੇ ਰੱਖ ਲਓ, ਠੀਕ ਹੈ। ਸੋ ਤੁਸੀਂ ਇਹਨੂੰ ਪੇਪਰ 'ਚ ਆ ਗਿਆ ਤੁਹਾਡਾ, ਕਿਹੜਾ ਨਹੀਂ ਹੈ ਤੁਸੀਂ ਆਸਾਨੀ ਨਾਲ ਦੱਸ ਸਕਦੇ ਹੋ। ਕਿਤੇ ਵੀ ਇਕਨੋਮਿਕ ਐਕਸਪਲੋਇਟੇਸ਼ਨ ਦੀ ਗੱਲ ਨਹੀਂ ਕੀਤੀ ਹੋਈ, सिर्फ और सिर्फ सैक्शुअल एक्सप्लॉयटेशन ਦੀਆਂ ਜਿਹੜੀਆਂ ਤੁਹਾਡੀਆਂ ਗੱਲਾਂ ਇੱਥੇ ਕੀਤੀਆਂ ਹੋਈਆਂ ਨੇ। ਓਕੇ ਜੀ,
Next question, under the Advocates Act 1961, a state bar council on receiving a complaint of professional misconduct against an advocate is required to refer the case for disposal to the, देखो जी ये ਅਸੀਂ ਪੜ ਚੁੱਕੇ ਹਾਂ ਜਾਂ ਲਾਸਟ ਮੇਰੀ ਵੀਡੀਓ ਸੀ, ਠੀਕ ਹੈ ਜੀ, ਉਸ ਦੇ ਵਿੱਚ ਅਸੀਂ ਪੜਿਆ ਸੀ ਕੌਣ ਦੇਖਦਾ ਹੈ ਤੁਹਾਡੇ ਸਾਰੇ ਕੇसेस, ਡਿਸਪਲਿਨਰੀ ਕਮੇਟੀ, ठीक है जी, स्टैंडिंग कमेटी नहीं देखती, इंटरनल बॉडी नहीं देखती, बार कौंसल ऑफ इंडिया सिर्फ मैनेज कर दिया, बट एवें दी चीज़ां जिहड़ियां कंप्लेंट मिसकंडक्ट दियां हुंदियां ने ओह नहीं देखती, सिर्फ और सिर्फ डिसप्लिनरी कमेटी जिहड़ी है तुहाडी देखदी है, ठीक है जी। देखो तुसीं ना इस दे विच कुछ कन्फ्यूज नहीं होना, कोड वर्ड की है तुहाडा डिसप्लिनरी, मिसकंडक्ट की हुंदा जब तुसीं डिसप्लिन दे दायरे जिहड़े छड़ दिंदे हो, है ना, बदतमीजी करते हो, डिसप्लिन खराब करता, ठीक है। ईवन तुहाडा कोई डिपार्टमेंटल दा इदां दा क्वेश्चन आ गया, तुसीं बस ये चीज़ देखनी है किहड़ी डिसप्लिनरी प्रोसीडिंग्स तुहाडीआं जिहड़ियां ओह स्टार्ट हुंदियां ने, तुसीं बस ये गल याद रखना कि जे डिपार्टमेंटल दा कोई इदां दी चीज़ दा क्वेश्चन आ गया उत्थे भी डिसप्लिनरी वर्ड नूं टिक करके आना जी। जे इत्थे बार कौंसल दे जिहड़े तुहाडे एडवोकेट एक्ट दे तहत जिहड़े तुहाडे मतलब कि एडवोकेट दे मिसकंडक्ट दे केस कित्थे जाणगे, तुसीं कंप्लेंट कित्थे फाइल होएगी और कौन देखेगा, डिसप्लिनरी कमेटी देखेगी। नो डाउट एक गल होर याद रखना है, तुहाडी जुडिशियल प्रोसीडिंग्स ही मन्नियां जांदियां ने पर देखदा कौन आ, डिसप्लिनरी कमेटी, ठीक है जी। स्टैंडिंग कमेटी, इंटरनल बॉडी, ये सब नहीं आएगा, डिसप्लिन की गल हो रही है, पहली गल तो कौन देखेगा, डिसप्लिनरी कमेटी देखेगी। ईजी जी, कोड वर्ड्स याद रखो, इस च कोई कई बार देखो इन्ना सिलेबस आ तुसीं नहीं याद कर सकते एक चीज़, ठीक है। किवें तुसीं जे तुक्का भी लगाना है, सही तुक्का किवें लगाना है, छोटियां छोटियां गल्लां मेरियां नोट करदे जाओ, ठीक है। लास्ट लैक्चर दे विच मैं तुहानूं बहुत शॉर्टकट्स थोड़े बहुते दस्से सी। एक होर तुहाडा शॉर्टकट हुंदा है जिहड़ा सैक्शन बेस्ड और डेफिनेशन सैक्शन तुहाडा 2 ही हुंदा है मोस्टली सारे एक्ट्स दा, होर भी बहुत छोटे छोटे दा लास्ट क्वेश्चन दे विच सैक्शुअल हरासमेंट की गल की हुई सी तो सैक्शुअल ऑफेंस है तो सैक्शुअल वाला ही चीज़ां ही आनियां जी, इकनोमिक नहीं आनियां। इदां ही इत्थे मिसकंडक्ट की हुंदा है, जब तुसीं बदतमीजी करते हो, है ना, नहीं बिहेव करते चंगी तरह, डिसिप्लिन थोड़ा खराब होंदा तो कौन देखेगा जी, डिसिप्लिनरी कमेटी देखेगी, ठीक है जी। थानू देखो बच्चों नूं एवें ही कुछ समझाना पएगा तां ही करके तुसीं जिहड़ियां इह गल्लां समझ पाओगे, तां ही अपने आंसर सही मार्क करके आओगे, है ना। तो आंसर आ गया थोड़ा 4 नूं समझदे आ जी, कित्थे दित्ता होया, चैप्टर 5 दे विच दित्ता होया है जी, containing section 35 to 44 deals with the conduct of the advocates. It provides for punishment for advocates for professional and other misconduct and disciplinary powers of the Bar Council of India. Section 36 of the Advocates provides for disciplinary powers of the Bar Council of India. ठीक है जी, किहड़े सैक्शन दे विच डिसप्लिनरी पावर्स दित्तियां गईयां ने बार काउंसिल नूं, सैक्शन 36 दे विच, ओके जी। नाउ नेक्स्ट, according to the Constitution of India, which of the following is function of National Judicial Appointments Commission? हुणे कर रहा तुहाडा एनजैक दी गल, ओके जी, ये शॉर्ट फॉर्म एनजैक जी आ गया, फुल फॉर्म की आ, नेशनल जुडिशियल अपॉइंटमेंट कमीशन, ओके। नाउ recommend persons for appointment as Chief Justice of India, yes. Recommend transfer of judges of high courts from one high court to any other high court, yes. ये दोनों powers ਜਿਹੜੀਆਂ ਤੁਹਾਡੀਆਂ ਹੈਗੀਆਂ ਨੇ, functions ਨੇ ਤੁਹਾਡੇ एनजैक ਦੇ, ਤਾਂ ਕਰਕੇ both 1 and 2 is your right answer, yes. ये बोर्ड बहुत सेंसिटिव, आप भी फटाफट अगे अगे जाई जांदा है ना। चलो, the Constitution of India clearly states that the executive will appoint judges after consulting the judiciary. आर्टिकल केड़े थोड़े तहत किया हुआ है, 124 and 217 are the relevant laws on the appointment of judges. क्वेश्चन आ गया केड़े आर्टिकल तहत दित्तियां हुई अपॉइंटमेंट ऑफ जजेस, ठीक है, नोट कर लो। हुण functions of Judicial Appointment Commission include making recommendations for the appointment of Chief Justice of India. पहला थोड़ा पॉइंट सी, होर किनु कर सकते हैं, सुप्रीम कोर्ट जजेस, चीफ जस्टिस एंड अदर हाई कोर्ट जजेस एंड ट्रांसफर ऑफ हाई कोर्ट जजेस। ये थोड़ी एज सच फंक्शन है जी एनजैक दी, नोट कर लो जी, चीफ जस्टिस, सुप्रीम कोर्ट जजेस, चीफ जस्टिस एंड अदर हाई कोर्ट जजेस, ठीक है जी, एंड ट्रांसफर ऑफ हाई कोर्ट जजेस। वो सुप्रीम कोर्ट की ट्रांसफर तो हुंदी नहीं है, बट ऑफ कोर्स जी गल है, कॉमन सेंस की गल है, ट्रांसफर किहदी होएगी,
ਹਾਈ ਕੋਰਟ ਦੇ ਜੱਜਾਂ ਦੀ ਹੋਏਗੀ ਜੀ, ਤਾਂ ਕਰਕੇ ਇਹ ਵਾਲਾ ਫੰਕਸ਼ਨ ਵੀ ਇਹਨਾਂ ਨੂੰ ਦਿੱਤਾ ਹੋਇਆ ਪਾਵਰ। ਓਕੇ ਜੀ, ਈਜ਼ੀ। ਨਾਓ ਨੈਕਸਟ 8th question, which section of the Rights of Person with Disabilities Act 2016 mandates appropriate government and local authorities to ensure that women and children with disabilities enjoy their rights equally with others? देखो जी आंसर थोड़ा सैक्शन बेस्ड क्वेश्चन है, सैक्शन 4 ਇਹਦਾ ਆਨਸਰ ਹੈ ਜੀ। ਇਸ ਦੇ ਵਿੱਚ ਮੈਂ ਤੁਹਾਨੂੰ ਸਮਝਾਉਣੀ ਆ, ਪਹਿਲਾ ਆਨਸਰ ਦੇਖ ਲਓ ਜੀ। ਕੀ ਕਹਿ ਰਿਹਾ ਜੀ, ਰਾਈਟ ਆਫ ਪਰਸਨ ਦੀ ਗੱਲ ਕੀਤੀ ਗਈ ਹੈ ਡਿਸੇਬਿਲਿਟੀਜ਼ ਐਕਟ ਦੇ ਅੰਡਰ, ਠੀਕ ਹੈ। ਇਸ ਤੁਸੀਂ ਹੁਣ ਕੁਐਸਚਨ ਚ ਕਿਹੜੀ ਕਿਹੜੀ ਚੀਜ਼ਾਂ ਯਾਦ ਰੱਖਣੀਆਂ, ਸੈਕਸ਼ਨ ਤਾਂ ਚਲੋ ਤੁਸੀਂ ਯਾਦ ਰੱਖਣਾ ਹੀ ਰੱਖਣਾ ਹੈ। ਸੈਕਸ਼ਨ 4 ਹੁਣ ਕੀ ਆ ਸਕਦਾ ਹੈ, ਮੈਂਡੇਟ ਐਪਰੋਪਰੀਏਟ ਗਵਰਨਮੈਂਟ ਐਂਡ ਕੌਣ, ਲੋਕਲ ਅਥਾਰਟੀਜ਼। ਇਹ ਪੁਆਇੰਟ ਯਾਦ ਰੱਖੋ, ਠੀਕ ਹੈ। आ गया थानू कि गवर्नमेंट के नाल हो कौन कि कौन कर सकता इंश्योर, तो तुसी ब्लैंक आ गई थोड़ी, तो याद रखना कौन, लोकल अथॉरिटीज, ठीक है जी। दूजी गल केड़ी नोट करनी है तुसी, टू इंश्योर दैट विमेन एंड चिल्ड्रन, केड़े केड़े बंदियां दी डिसेबिलिटी दी गल करदा है जी, विमेन दी करदा है ते चिल्ड्रन दी करदा है। दूसरा क्वेश्चन नाउ, तीसरा विद डिसेबिलिटीज एंजॉय देयर राइट्स इक्वली, ਕਿਹੜੇ ਰਾਈਟਾਂ ਦੀ ਗੱਲ ਕਰਦਾ, ਇਕੁਅਲ ਰਾਈਟਸ ਦੀ ਗੱਲ ਕਰਦਾ ਹੈ ਦੂਜਿਆਂ ਨਾਲ। ਜਿਹੜੇ ਬੰਦਿਆਂ ਨੂੰ ਡਿਸੇਬਿਲਿਟੀ ਆ ਉਹਨਾਂ ਦੇ ਜਿਹੜੇ ਰਾਈਟਸ ਆ ਬਾਕੀ ਪਰਸਨ ਦੇ ਨਾਲ ਇਕੁਅਲ ਫੁਟੇਜ ਤੇ ਚੱਲਣਗੇ, ਉਹ ਗੱਲ ਕਰਦਾ। ਕਿਹੜੇ ਸੈਕਸ਼ਨ ਚ ਕਰਦਾ, ਸੈਕਸ਼ਨ 4 ਚ ਕਰਦਾ। ਤਾਂ ਇਸ ਸੈਕਸ਼ਨ ਦੇ ਵਿੱਚੋਂ ਇਹਦੀ ਐਕਸਪਲੇਨੇਸ਼ਨ ਚ ਤੁਹਾਡੇ 4 ਕੁਐਸਚਨ ਜਿਹੜੇ ਆ ਨਿਕਲ ਜਾਂਦੇ। ਓਕੇ ਜੀ, ਸੈਕਸ਼ਨ 2016 ਫਿਰ ਗਵਰਨਮੈਂਟ ਦੇ ਨਾਲ ਤੁਹਾਡਾ ਕੌਣ ਆਏਗਾ, ਲੋਕਲ ਅਥਾਰਟੀਜ਼ ਆਣਗੀਆਂ। ਕੌਣ ਕੌਣ ਕਵਰ ਹੈ, ਵੂਮਨ ਕਵਰ ਹੈ, ਚਿਲड्रन कवर है विद डिसेबिलिटीज, इंपॉर्टेंट पॉइंट है जी, ठीक है जी। विमेन चिल्ड्रन तो असं कवर कर लिए, बट कौन स्पेसिफिकली कौन जो डिसेबल्ड है, ओके जी, टू एंजॉय देयर राइट्स इक्वली विद अदर्स। समझ गए जी। नाउ आंसर 2 आ गया। हुण चलदे इस थोड़ी एक्सप्लेनेशन ते, ये तो वही गल उन्होंने द्वारा लिखी हुई है, द एप्रोप्रिएट गवर्नमेंट लोकल अथॉरिटी शैल टेक मेजर्स टू इंश्योर दैट women and children with disabilities enjoy their rights equally with others। ये थाड़ा सैक्शन 4 क्लॉज 1 गल करदा है, क्लॉज 2 की गल करदा है, द एप्रोप्रिएट गवर्नमेंट एंड लोकल अथॉरिटीज शैल इंश्योर दैट all children with disabilities have right on an equal basis to freely express their views on all matters affecting them and provide them appropriate support keeping in view their age and disability। ये पॉइंट इंपॉर्टेंट है जी, ਤੁਹਾਨੂੰ मैं समझा चुकी सी इक्वल फुटिंग ते रखण लई। सैक्शन 4 ਜਿਹੜਾ ਤੁਹਾਡਾ इंपॉर्टेंट है, इस क्वेश्चन आ गया तो लोकल अथॉरिटीज ब्लैंक लिए आ सकता है, विमेन एंड चिल्ड्रन लिए आ सकता है, ठीक है, क्योंकि बच्चे विमेन के नाल है पा दें, बच्चे को पता नहीं चलना, चिल्ड्रन के नाल अगे डैश पा दें, बच्चे समझ नहीं आएगा तो की मार्क करना है, तो याद रखना। ओके जी। नाउ टेक्स्ट ये क्वेश्चन हुण आ गए, इसके अगे जो मैं समझाऊंगी हुण किसने सोना नहीं है, ध्यान ना सुनो ही गल्लां हुण। नाउ punishment for penetrative sexual assault has been enhanced to 10 years by which of the following amendments। याद रखना थोड़ा कोई भी आ गया ना, केड़ी amendment जी होई सी, याद रखना थोड़ी amendment लेटेस्ट 2019 विच होई सी पॉक्सो दी। मैं तो पॉक्सो दी थीसिस भी किते हुए ने जी, LLM दे विच मैं थीसिस लिखिया सी इस ते जद मैं थीसिस अपना कंप्लीट किया उस तो बाद ही 2019 दे विच मतलब नवीं पॉक्सो दी नवी गाइडलाइंस आ गई सी। मैं थीसिस सबमिट किया 2017 दे विच ते 19 दे विच गाइडलाइंस आ गई सी। चलो अब वो गल तो लग गा, बट मेन जड़ियां चाहिए सी बहुत इंपॉर्टेंट चीज़ां इन्होंने कवर कर दित्तियां सी जी। पनिशमेंट वधा दी सी, लॉ नूं थोड़ा होर मतलब कि स्ट्रिक्ट कर दिता सी, सो दैट इस दे अगेंस्ट जिहड़े ऑफेंसिस होण तां मतलब इन्नी स्ट्रिक्टनेस आ जाए कि थोड़ा डर पैदा हो। सब तो इंपॉर्टेंट गल इस दे विच की होई सी, जो हुण तुसीं चलो याद भी करो, ਜਿਹੜਾ ਕਹਿੰਦੇ ना कि जिन्हें ऑफेंस किया बच्चे लिए उन्होंने कोई प्लीड नहीं करना कि मैं गिल्टी है नहीं है, उसकी वेट नहीं करनगे हो जिदा। अदरवाइज और एविडेंस एक्ट की कहता आ कि परसन शुड बी प्लीडेड, मतलब कि अक्यूज्ड आ वो नॉन गिल्टी मन्निया जाएगा अंटिल अनलेस ही इज प्रूवन गिल्टी। बट इस दे विच कहंदे ने इसदा प्रूव करने की कोई जरूरत नहीं, एज बच्चे ने दसदा इन्हें किया उस तो बाद प्रोसीडिंग चलांगी, पहला उन्होंने मन्निया ही जाएगा कि इन्हें गम किया। ठीक है जी, इस दे विच इंपॉर्टेंट गल आ। तो हुण तो सानू पता ही है कि अमेंडमेंट कदों आई सी जी, 2019 दे विच आई सी। असी सानू ये आंसर पता है। हुण आंसर तुहाडा 2 है। हुण असी की गल इहदे विच समझनी आ
ਕੀ ਕੀਤਾ ਸੀ, has been enhanced to 10 years by which of the following amendments? पनिशमेंट फॉर पेनिट्रेटिव सैक्शुअल असॉल्ट का क्वेश्चन आ गया कि पनिशमेंट कितनी होएगी फॉर पेनिट्रेटिव सैक्शुअल असॉल्ट। तुसी की याद रखना है, किथे कितनी इनहैंस हो गई है, 10 इयर्स। ओके जी, ये कदों आई सी, 2019 दे विच आई सी। हुण चलदे हैं जी इहदियां मेन प्रोविजनस ते। बच्चों के बहुत कमेंट सीगे आ रहे सीगे कि मैम तुसी प्लीज पॉक्सो जुवेनाइल दा शॉर्ट थोड़ा मेन करा दो। तो इस दे विच मैं मेन ज़्यादा तो नहीं, ज़्यादा डिटेल असी अपनी ऑनलाइन ते ऑफलाइन जिहड़े बच्चे ने लित्तियां क्लासेस उन्होंने दसांगे जी। हुण तुहानूं बट मैं मेन करा दां ताकि तुहाडा भी कुछ घटे ना, है ना। चलो, पॉक्सो एक्ट covers offenses that exploit a child sexually. The following crimes get covered under POCSO Act. जिन्होंने डिटेल जे केसेस करने हैं साड़ी ऑफलाइन ऑनलाइन क्लास तुसीं ज्वाइन कर सकते हो, ठीक है जी। नाउ पहला की आ गया पॉइंट, की गल्लां याद रखनियां, सैक्शुअल असॉल्ट, सैक्शुअल हरासमेंट, पेनिट्रेटिव सैक्शुअल असॉल्ट, यूज ऑफ चाइल्ड फॉर पोर्नोग्राफिक पर्पसेस। देखो इत्थे किते भी ट्रैफिकिंग दी गल नहीं कीती होई। जे क्वेश्चन च आ गया कि which of the following is not included, then your trafficking वाला point will be your right answer, या फिर कोई और ऑप्शन आ गया। अदरवाइज केड़ी-केड़ियां चीज़ां कवर है, सैक्शुअल असॉल्ट करना, हरासमेंट करना, एवें याद रखो, ठीक है। ए एच एक तो ना बहुत ज्यादा सेंसिटिव है थोड़ी, एच पेनिट्रेटिव सेक्शुअल असॉल्ट और पोर्नोग्राफिक पर्पसेस ਲਈ पी, ठीक है जी। हुण देखो तुसीं इहनूं किवें याद रखना, ए एच आ गया ते पी ए याद रख लो, एस नूं तुसीं पता ही है पॉक्सो एक्ट सैक्शुअल ऑफेंसिस की गल करदा है, पी ए आ गया ते पी आ गया, एवें तुसीं अपना इहनूं याद रखियो। नाउ सैक्शन 3 दी केड़ी गल करदा है जी, पेनिट्रेटिव सैक्शुअल असॉल्ट की गल करदा है। सैक्शन 4 जिहड़ा है इहदी पनिशमेंट दसदा है जी, पेनिट्रेटिव सैक्शुअल असॉल्ट की पनिशमेंट की गल करदा है। सैक्शन 5 जिहड़ा पेनिट्रेटिव असॉल्ट जब एग्रावेटेड हो जाए तो उसकी गल करदा है जी। सैक्शन 7 ऑफेंस ऑफ सैक्शुअल असॉल्ट की गल करदा। हुण तुसीं की गल्लां याद रखनियां, पेनिट्रेटिव सैक्शुअल असॉल्ट सेक्शन 3, ठीक है, एंड सेक्शन 7 सैक्शुअल असॉल्ट, ठीक है, सैक्शुअल असॉल्ट सेक्शन 7 और पेनिट्रेटिव सैक्शुअल असॉल्ट सेक्शन 3। ओके जी। नाउ सेक्शन 9 किसकी गल करता है, सैक्शुअल ऑफेंस। देखो एग्रावेटेड आई डोंट थिंक सो क्वेश्चन आएगा बिकॉज थोड़ा डीप गल करता है, कुछ भी लैणगे सैक्शन याद कर लो, तुसीं 3 ते 7 याद कर लो, उपरले नीचेले तुहानूं आपे याद रह जाएगा कि नीचे वाला उहदा एग्रावेटेड सिचुएशन नूं दसदा ते उसदे नीचे वाला होएगा। सैक्शन तुसीं किहड़ा याद करना जी, सैक्शन 3 एंड सैक्शन 7। ओके जी। नाउ सैक्शन 10 की दसदा है, पनिशमेंट फॉर एन ऑफेंस कमिटेड अंडर सैक्शन 9 ऑफ द एक्ट। According to this section, offence under section 9 is punishable with an imprisonment for description of a term not less than 5 years and may extend to 7 years। ठीक है, जो एग्रावेटेड साडे सैक्शुअल असॉल्ट है जो सैक्शन 9 इहदी पनिशमेंट दित्ती हुई है सैक्शन 10 दे विच। सैक्शन 11 किस दी गल करदा है जी, आह इंपॉर्टेंट है, सैक्शुअल हरासमेंट दी गल करदा है। इत्थे नाल नोट कर लो, इत्थे किवें लिखना सी, 7 11 ते 3। ओके जी। नाउ नेक्स्ट फिर पनिशमेंट दी आ गई जी, फॉर मैक्सिमम ऑफ 3 इयर्स और फाइन है। फिर पोर्नोग्राफिक पर्पसेस ਲਈ ਕਿਹੜਾ ਸੈਕਸ਼ਨ ਹੈ ਤੁਹਾਡਾ 13 ਆ। ਇਸ ਦੇ ਵਿੱਚ ਕਿਹੜੇ ਪੁਆਇੰਟਰਸ ਹੈ, ਇਹ ਇੰਪੋਰਟੈਂਟ ਨੇ, ਇਹ ਨੋਟ ਕਰ ਲਓ। ਸੈਕਸ਼ੂਅਲ ਗ੍ਰੈਟੀਫਿਕੇਸ਼ਨ मीन्स एंड इंक्लूड्स रिप्रेजेंटेशन ऑफ सैक्शुअल ऑर्गन ऑफ अ चाइल्ड, ठीक है, बच्चे दे सैक्शुअल ऑर्गन नूं दिखाना पोर्नोग्राफिक पर्पसेस ਲਈ। यूजिंग अ चाइल्ड फॉर एक्चुअल और स्टिमुलेटेड सैक्शुअल दैट कुड बी विद और विदाउट पेनिट्रेशन। नाउ रिप्रेजेंटेशन ऑफ चाइल्ड इनडिसेंटली और ऑब्सीनली, ठीक है, थोड़े पॉइंटर्स ने जे पूछे गए तो तुसी नोट दे विच ही आंदा थोड़े दा पॉइंटर्स जब मैं देखिया आ जेडे सैक्शन दे विच थोड़े नीचे पॉइंट्स दिते जाते हैं ना, वो बेसिकली मैं देखा क्या तो फिल इन द ब्लैंक्स आ जाता है कि केड़ा आएगा इत्थे या फिर आ जाता केड़ा नहीं हैगा, ठीक है। तो इस दे विच ए पॉइंटर्स तुसी नोट कर लेना, पोर्नोग्राफिक पर्पसेस ਲਈ ਕਿਹੜੇ पॉइंटर्स ने। नाउ नेक्स्ट सैक्शन इज दी पनिशमेंट दसदा है जी, पनिशमेंट कितनी कहंदे जी 5 इयर्स और विद द फाइन,
अगर कहते पर्सन रिपीटेड ऑफेंडर है तो 7 ईयर्स आ जाएगी विद द फाइन, ठीक है। और सैक्शन 16 गल करदा है थोड़ी अबैटमेंट, ये बहुत इंपॉर्टेंट सैक्शन। अबैटमेंट की हुंदा है? अबैटमेंट के अंडर भी 3 चीज़ां आंदियां, ये भी नोट करांगे, कर लियो। अबैटमेंट की हुंदी है जब असी दूसरे बंदे नूं उकसांदे आ कोई क्राइम करन दे लई, आप असी कुछ नहीं करना, आप बस सिर्फ उकसान दा काम करना है। क्राइम असी किसी होर बंदे तो करा रहे हैं, किसी होर बंदे ते, ठीक है जी। थर्ड पार्टी हुंदा है इहदे विच कि जद एक बंदा किसी नूं उकसांदा, इस दे विच अबैटमेंट दे विच 3 गल्लां तुसीं याद रखणियां। पहला क्या है तुहाडा इंस्टीगेट, इंस्टीगेट की हुंदा जी उकसाना, दूजा हुंदा कॉन्स्पिरेसी, और तीसरा होंदा एड, तो तुसी किसी दी हेल्प कर रहे हो, ठीक है, ऑफेंस करन दे लई। तां करके तुसी याद रखना सैक्शन 16 जिहड़ा है तुहाडे पॉक्सो दा अबैटमेंट ऑफ दिस ऑफेंस गल करदा, अबैटमेंट टू कमिट एन ऑफेंस अंडर पॉक्सो, ठीक है जी। किहड़े किहड़े 3 अबैटमेंट कितनी तरह की हुंदी है? 3 तरह की हुंदी है, जब आप किसी नूं इंस्टिगेट करदे आ या कॉन्स्पिरेसी कर दिंदे आ या फिर कोई हेल्प कर या एड बोल दिंदे आ ओनू, असी एडिंग के थ्रू ਉਹਦੀ हेल्प कर दईए ऑफेंस ਨੂੰ कमिट ਕਰਨ ਲਈ, ठीक है जी। ਹੁਣ ਇਸ ਦੇ ਵਿੱਚ ਸੈਕਸ਼ਨ 16 ਤੁਹਾਡਾ ਇੰਪੋਰਟੈਂਟ ਸੀ ਤੇ ਇੱਕ ਸੈਕਸ਼ਨ 13 ਅੱਗੇ ਨੋਟ ਕਰ ਲਓ ਤੁਸੀਂ ਨਾਲ ਨਾਲ, ठीक है जी। ਇਹ ਤੁਹਾਡੇ 4 ਤੁਹਾਡੇ ਕਵਰ ਕੀਤੇ ਨੇ ਐਕਟ ਨੇ, ਅਸੌਲਟ, ਹਰਾਸਮੈਂਟ, ਪੈਨੀਟ੍ਰੇਟਿਵ ਅਸੌਲਟ ਤੇ ਪੋਰਨੋਗ੍ਰਾਫੀ, ठीक है जी। ਅਸੌਲਟ ਸੈਕਸ਼ਨ 7, ਹਰਾਸਮੈਂਟ 11, ਤੁਹਾਡਾ ਪੈਨੀਟ੍ਰੇਟਿਵ ਸੈਕਸ਼ਨ ਅਸੌਲਟ 3 ਸੈਕਸ਼ਨ ਤੇ ਪੋਰਨੋਗ੍ਰਾਫਿਕ 13, ओके जी। नोट कर लो, वेरी इजी। एग्रेवेटेड आ गया, नीचे वाला तो मोस्टली पनिशमेंट ये नीचे वाले सैक्शन च दी होंगी है, तो सैक्शन तुहाडे याद हो गए नाल ही, वेरी इजी। नाउ आ जाओ अपने अगले क्वेश्चन ते। वेयर एन एडवोकेट इज सस्पेंडेड फ्रॉम प्रैक्टिस अंडर सैक्शन 35 clause 3 of the Advocates Act 1961, he shall during the period of suspension be debarred from practicing in any court or before any authority or person in India? Yes, right point है, not to be allowed, ऐसा कुछ नहीं, suspend कर देंगे हैं जी, ओके ओके बच्चों। Now be debarred from practicing any court or before any authority in the state he belongs, no, ਇਹਦੇ ਵਿੱਚ क्यों गलत आ? बिकॉज state ही belongs ਦਾ नहीं ਹੁੰਦਾ, इंडिया ਦਾ ही बार काउंसिल ऑफ इंडिया ਤੁਹਾਨੂੰ लाइसेंस ਦਿੰਦੀ ਆ, याद रखना। स्टेट बार का तुसी पेपर जो स्टेट बार थानू पहला टैंपरेरी दिंदी है, फिर तुसी बार काउंसिल AIB ऑल इंडिया बार एग्जामिनेशन तुसी क्लीयर करदे हो जी, तां थानू जिहड़ा बार काउंसिल ऑफ इंडिया की तरफ तो परमानेंट लाइसेंस मिलता है, ठीक है। इस करके जे तुसी देखो छोटी छोटियां गल्लां पढ़ियां होण ना, थोड़ी आपे थ्योरी बन जाएगी कि कॉमन सेंस दीयां गल्लां इत्थे एज सच और कुछ नहीं लग रहा। नॉट टू बी अलाउड इन, ऐदा कुछ नहीं है जी, सिविल केसेस च नहीं करना, क्रिमिनल च कर लो, दिस इज एब्सोल्यूटली रॉन्ग। ਤੁਸੀਂ ਇਸ 'ਚ ਕੀ ਗੱਲ ਯਾਦ ਰੱਖਣੀ ਆ, ਬੰਦੇ ਨੂੰ ਸਿਰਫ ਦੇਖੋ ਤਾਂ ਕੁਐਸਚਨ ਦੇ ਵਿੱਚ ਹੀ ਹੈਗਾ, ਤਾਂ ਆ ਕੁਐਸਚਨ ਤੁਹਾਡਾ ਐਲੀਮੀਨੇਟ ਹੋ ਜਾਣਾ ਸੀ, ਸੈਕੰਡ ਪੁਆਇੰਟ, ਫੋਰਥ ਤੁਹਾਡਾ ਵੈਸੇ ਐਲੀਮੀਨੇਟ ਹੋ ਜਾਣਾ ਸੀ। ਤੁਸੀਂ ਕਨਫਿਊਜ਼ ਕਿਸ 'ਚ ਹੋਣਾ ਸੀ? 1 और 3 ਦੇ ਵਿੱਚ ਕਨਫਿਊਜ਼ ਹੋਣਾ ਸੀ। ਮੰਨ ਵੀ ਲਓ ਤੁਸੀਂ ਇਹ ਨਹੀਂ ਪੜਿਆ ਹੋਇਆ ਐਕਟ, ਠੀਕ ਹੈ, 1 और 3 ਦੇ ਵਿੱਚ ਕਨਫਿਊਜ਼ ਹੋ ਜਾਣਾ ਸੀ। ਜੇ ਤੁਹਾਨੂੰ AIB ਦੀ ਫੁੱਲ ਫਾਰਮ ਪਤਾ ਹੁੰਦੀ, ਤੁਹਾਨੂੰ ਪਤਾ ਹੁੰਦਾ ਕਿ ਬਾਰ ਕਾਉਂਸਲ ਆਫ ਇੰਡੀਆ ਦਿੰਦੀ ਆ, ਤੁਹਾਨੂੰ ਪਤਾ ਹੋਣਾ ਸੀ ਵਿਧਾਨ ਆਨਸਰ 1 ਆਣਾ ਜੀ, ਇੰਡੀਆ ਦੀ ਗੱਲ ਕਰਦੇ ਨੇ ਪਏ, ਸਟੇਟ ਦੀ ਕੋਈ ਗੱਲ ਨਹੀਂ ਕਰਦੇ ਪਏ, ओके जी। हुण देखो किसी ने सस्पेंड किया स्टेट दे विच नहीं, किसी होर स्टेट च जा रहा जी केस लड़न, फिर की फायदा सस्पेंशन करन दा, ठीक है ना। इस करके थोड़ा पहला ऑप्शन जिहड़ा ठीक है, जे तुहानूं नहीं भी आंदा हुंदा ना तां भी तुसीं सॉल्व कर आंदे, जे तुसीं कुछ गल्लां कॉमन सेंस दी तुहानूं पता हुंदी है ना, कुछ गल्लां मतलब बारे तुहानूं थ्योरैटिकल नॉलेज हुंदी, दैट्स इट, तुसीं ईजीली इस क्वेश्चन नूं सॉल्व कर लेना सी। चलो हुण जे क्वेश्चन आया ही है, तुसीं मेन गल्लां नोट कर लो। पहली गल एडवोकेट सस्पेंड होंदा जी, इस करके ऑप्शन आउट हो गया, लाइफ टाइम ਲਈ ਉਹਨੂੰ ਕੋਈ सस्पेंशन लगती है, कुछ टाइम ਲਈ लगती है, ठीक है, लाइफ टाइम वाला ऑप्शन आउट हो गया। फ्रॉम प्रैक्टिस अंडर केड़ा सैक्शन आ गया जी? 35 क्लॉज 3 का सैक्शन आ गया। ही शैल ड्यूरिंग द पीरियड ऑफ सस्पेंशन, पीरियड ऑफ सस्पेंशन की देखो गल की हुई है, तां भी लाइफ टाइम थोड़ा आउट हो जाना सी, ओके। क्या करते हैं जी? बी डिबार्ड फ्रॉम प्रैक्टाइजिंग इन एनी कोर्ट और बिफोर एनी अथॉरिटी और पर्सन इन इंडिया, ओके जी। कोई भी कोर्ट, कोई भी अथॉरिटी, कोई भी बंदे दे अगे ही कांट प्रैक्टिस इन इंडिया, नॉट फ्रॉम द स्टेट ही बिलोंग्स, दैट इज व्हाई थर्ड ऑप्शन वाज योर इनकरेक्ट, ओके जी। लेट अस सी द आंसर, 1 is your right answer। now
Section 35 clause 3 की गल करदा, he shall during the period of suspension be debarred from practicing in any court or before any authority or person in India. ठीक है जी, section 35. Now next question, the authority of a court to rehear review a case. देखो जब कोर्ट को अथॉरिटी होंगी है ना, वो या तो दोबारा केस को सुने, दोबारा रीहीयर करे या रिव्यू करे, जो भी लोअर कोर्ट ने डिसाइड किया है उदों आपां की कह दिंदे आ जी, एपीलेट जुरिसडिक्शन नहीं बोलते, रिट्स तो बिल्कुल नहीं बोलते, रिट पटीशन तो कुछ होर चीज़ होंगी है, एडवाइजरी जुरिसडिक्शन भी कुछ होर होंगी, ओरिजिनल जुरिसडिक्शन की होंगी है, जब तुहाडा केस ओरिजिनल लाई कित्थे कर रहा ਉਹਨੂੰ बोलते ओरिजिनल जुरिसडिक्शन। एडवाइजरी ਦੇ ਵਿੱਚ ਕਿਦਾਂ ਕੀ ਹੁੰਦਾ, ਐਡਵਾइस ਦਿੰਦੀ ਹੈ जुरिसडिक्शन, दैट्स इट। ਤਾਂ ਹੁਣ ਰੀਹੀਅਰ ਔਰ ਰਿਵਿਊ ਦੀ ਗੱਲ ਕੀਤੀ ਉਹਦੇ, ਬਟ ਆਫ ਕੋਰਸ ਦੀ ਗੱਲ ਅਪੀਲ ਪੈਂਦੀ ਹੈ, ਰੀਹੀਅਰ ਹੁੰਦਾ ਤੁਹਾਡਾ ਮੈਟਰ, ਇੱਥੇ ਤੁਹਾਨੂੰ ਪਤਾ ਲੱਗ ਜਾਣਾ ਸੀ ਦਾ ਆਨਸਰ ਕੀ ਆ, ਥਰਡ ਇਜ਼ योर राइट आंसर here। let us see the explanation। appellate jurisdiction refers to the authority of a court to rehear review a case decided by a lower court in India। appellate jurisdiction is vested in both सुप्रीम कोर्ट एंड हाई कोर्ट। ये गल याद रखना, क्वेश्चन आ गया जी एपीलेट जुरिसडिक्शन किस दे विच लाई करदी है, सुप्रीम कोर्ट को लाई करदी है एज वेल एज हाई कोर्ट, हाई कोर्ट्स है ना। नाउ नेक्स्ट क्वेश्चन, ये भी ऐसा थोड़ा इंपॉर्टेंट क्वेश्चन है, क्यों, बिकॉज ये लॉ थोड़ा रिपील हो चुका है, बट 2021 के पेपर दे विच आया होया सी। चलो कहते एज पर द फार्मर्स एम्पावरमेंट एंड प्रोटेक्शन एग्रीमेंट ऑन प्राइस इंश्योरेंस एंड फार्म सर्विसेज एक्ट 2020, फार्म सर्विसेज इंक्लूड व्हाट, दसना किहड़ी-किहड़ी गल्लां इंक्लूडेड होंदियां, सप्लाई ऑफ सीड, फीड, फॉडर, एग्रोकेमिकल्स, मशीनरी एंड टेक्नोलॉजी, एडवाइस, नॉन केमिकल एग्रो इनपुट्स एंड सच इनपुट्स फॉर फार्मिंग। दिस इज योर राइट आंसर। बाकी भी पढ़ लेने हैं जी, फीड, फॉडर, मशीनरी, एग्रोकेमिकल नहीं दिता होया, एडवाइस नहीं आएगा, नॉन केमिकल एग्रो इनपुट्स एंड डज नॉट इंक्लूड, आ तो बिल्कुल गलत है, डज नॉट इंक्लूड सीड, ये पॉइंट थोड़ा तां करके कट जाएगा जी। ठीक है, सप्लाई ऑफ सीड, फीड, मशीनरी, एडवाइस, एडवाइस भी मिल जाती है वैसे, एडवाइस वाला पॉइंट थोड़ा ठीक सी इहदे विच, ठीक है, क्योंकि इस भी है नॉन केमिकल बट डज नॉट इंक्लूड फॉडर, गलत है जी, फॉडर भी हुंदा आ, सप्लाई ऑफ सीड, फॉडर, एडवाइस, नॉन फार्मिंग बट डज नॉट इंक्लूड एग्रोकेमिकल्स, ये भी गलत है जी। देखो जो ना भी आंदा हुंदा, तुहानूं इन्नी गल्लां पता होणीआं सी, इस सारे दिते हुए ने, इस नोट करके दिता होया, तुहानूं पता है उस सारियां चीज़ां जिहड़ियां आईआं ओह आंदियां है, फॉडर भी आंदा, सीड भी आंदा है, एग्रोकेमिकल्स भी आंदे हैं जी। सो दैट इज वाई 1 वाज योर राइट आंसर हियर। यस, नाउ सैक्शन 2D जिहड़ा सीगा ਉਹ ਗੱਲ ਕਰਦਾ ਸੀ ਫਾਰਮ ਸਰਵਿਸਿਜ਼ ਦੀ, ਜਿਸ ਦੇ ਵਿੱਚ ਦੱਸਿਆ ਹੋਇਆ ਸੀ ਸਪਲਾਈ ਆਫ ਸੀਡ, ਫੀਡ, ਫॉडर, ਐਗਰੋਕੈਮੀਕਲਸ, ਮਸ਼ੀਨਰੀ ਐਂਡ ਟੈਕਨੋਲੋਜੀ, ਐਡਵਾਈਸ, ਨॉन केमिकल एग्रो इनपुट्स एंड सच अदर इनपुट्स फॉर फार्मिंग। ਹੁਣ क्या चीज इससे इंपॉर्टेंट है, देखो इतना थोड़ा लॉ रिपील हो गया, पहली गल इस बार दे पेपर ਲਈ नोट कर लो, ਕਿਹੜੀ ਗੱਲ ਹੈ, द फार्म लॉज रिपील बिल 2021 वाज इंट्रोड्यूस्ड इन लोक सभा नवंबर 29 2021। रिपील बिल जी ਹੁਣ ਆ ਗਿਆ ਹੈ, ਜਿਹੜਾ रिपील ਦੀ ਗੱਲ ਕਰਦਾ ਹੈ जी, ठीक है नहीं, तो ना रिपील बिल आ गया जी 2021 का, ये लोक सभा इंट्रोड्यूस होया है, कदों होया जी, नवंबर 29 च होया है, ठीक है, बाय द मिनिस्टर, किने कीता है, गल याद रखना, मिनिस्टर ऑफ एग्रीकल्चर एंड फार्मर्स वेलफेयर मिस्टर नरेंद्र सिंह तोमर। ओके जी, नाउ रिपील की हुई है, द बिल रिपील्स द 3 फार्म लॉज पास्ड बाय द पार्लियामेंट इन सितंबर 2020 च पास होया सी, नवंबर 2021 दे विच जी ये रिपील हो गए ने। ਕਿਹੜੇ 3 लॉ ने, ये इंपॉर्टेंट ने, नोट कर लो, कई बार आया केड़ा नहीं है, तुहानूं पता होना चाहिए, 3 है वो देख लो केड़े आ, द फार्मर्स एम्पावरमेंट एंड प्रोटेक्शन एग्रीमेंट एंड प्राइस इंश्योरेंस एंड फार्म सर्विसेज एक्ट 2020, the Farmers Produce Trade and Commerce Promotion and Facilitation Act 2020, the Essential Commodities Amendment Act 2020. In January 2021, the Supreme Court had stayed the implementation of the 3 farm laws. Stay लग गई, ठीक है जी, सुप्रीम कोर्ट ने भी लगाती है, रिपील भी हो गए ने, ਤਾਂ ਹੁਣ ਇਹ ਤੁਹਾਨੂੰ याद है, इंपॉर्टेंट ਸਾਡਾ पॉइंट है जी। नाउ चलते हैं जी नैक्सट क्वेश्चन ते, नैक्सट क्वेश्चन की कह रहा है, अंडर द कोड ऑफ क्रिमिनल प्रोसीजर CRPC का क्वेश्चन है जी, द प्रोविजंस ऑफ द प्ली बार्गेनिंग आर नॉट एप्लीकेबल टू हुम। हुणे प्ली बार्गेनिंग दी देखो जी थोड़ी गल करदा आ,
ਤੇ ਕਹਿੰਦੇ ਕਿਹਨੂੰ ਐਪਲੀਕੇਬਲ ਨਹੀਂ ਹੈ? offenses against women, children below the age of 14 and socio-economic offenses. yes, ਇਸ ਤੇ ਤੁਹਾਡੀ ਪਲੀ ਬਾਰਗੇਨਿੰਗ ਨਹੀਂ ਲੱਗਦੀ ਜਦ ਤੁਹਾਡੇ offenses against women ਹੁੰਦੇ ਆ। ਗੱਲਾਂ ਯਾਦ ਰੱਖੋ, ਕਿਉਂ ਵਿਮਨ ਦੇਖੋ ਤੁਹਾਡੀ ਡਿਸੇਬਿਲਿਟੀਜ਼ ਵਾਲੇ ਐਕਟ 'ਚ ਵੀ ਆਈ ਸੀ, ਚਿਲਡਰਨ ਵੀ ਆਈ ਸੀ, ਇਹਨਾਂ ਨੂੰ ਥੋੜਾ ਜਿਹਾ ਮਤਲਬ ਗਵਰਨਮੈਂਟ ਜਿਹੜੀ ਹੈ ਕ੍ਰੂਸ਼ੀਅਲ ਮੰਨਦੀ ਆ ਕਿ ਇਹਨਾਂ ਦੇ ਜੇ ਕੋਈ ਇਹਨਾਂ ਦੇ ਅਗੇਂਸਟ ਕੁਝ ਹੋ ਰਿਹਾ ਆ, ਕੋਈ ਕ੍ਰਾਈਮ ਵੀ ਹੋ ਰਿਹਾ, ਅਸੀਂ ਇਹਨੂੰ ਲਾਈਟਲੀ ਨਹੀਂ ਲੈਣਾ, ਤਾਂ ਹੀ ਤੁਹਾਡਾ ਪੌਕਸੋ ਬਣਿਆ ਹੋਇਆ ਜੀ। ਐਨੀ ਤੁਹਾਡੇ ਅਮੈਂਡਮੈਂਟਸ ਹੋਈਆਂ ਵਿਮਨ ਰਿਲੇਟਡ ਜੁਵੇਨਾਈਲ ਐਕਟ, ਪੌਕਸੋ ਦੀ ਨਵੀਂ ਅਮੈਂਡਮੈਂਟਸ ਆ ਗਈਆਂ। ਕਿਉਂ ਹੋਈਆਂ ਆ? ਬਿਕੋਜ਼ these are the women and children considered to be the main important part of the nation, ਕਿ ਇਹਨਾਂ ਦੇ ਅਗੇਂਸਟ ਕੁਝ ਨਹੀਂ ਹੋਣਾ ਚਾਹੀਦਾ। that is why plea bargaining ਜਿਹੜੀ ਆ ਇੱਥੇ ਐਪਲੀਕੇਬਲ ਨਹੀਂ ਹੁੰਦੀ ਜਿਹੜਾ offense against women ਹੋਵੇ ਤੇ children below the age of 14 ਤੋਂ ਘੱਟ ਬੱਚਾ ਦੇਖੋ ਕਿੰਨੀ ਗਲਤ ਹੋਏਗੀ, ਉਹਦੇ ਅਗੇਂਸਟ ਕੋਈ offense ਹੋਏਗਾ ਤੇ ਉਹਨੂੰ ਬੰਦੇ ਨੂੰ ਜਿਹਨੇ ਕੀਤਾ ਉਹਨੂੰ plea bargaining ਮਿਲ ਜਾਏਗੀ, ਠੀਕ ਹੈ। ਐਂਡ ਸੋਸ਼ੋ ਇਕਨੋਮਿਕ offenses ਦੇ ਅਗੇਂਸਟ ਇਹ ਪੁਆਇੰਟ ਇੰਪੋਰਟੈਂਟ ਹੈ ਕਿ ਨਹੀਂ plea bargaining ਜਿਹੜੀ ਤੁਹਾਨੂੰ ਮਿਲਦੀ, ਠੀਕ ਹੈ ਜੀ। ਬਾਕੀ ਤੁਹਾਡਾ ਗਲਤ ਹੈ, ਇਹ ਪੁਆਇੰਟ ਤੁਹਾਡਾ ਸਹੀ ਹੈ। ਚਲੋ ਜੀ ਇਹਨੂੰ ਪੜ੍ਹਦੇ ਆ। ਕ੍ਰਿਮੀਨਲ ਪ੍ਰੋਸੀਜਰ ਕੋਡ ਐਂਡ ਪਲੀ ਬਾਰਗੇਨਿੰਗ ਕਿੱਥੇ ਦਿੱਤਾ ਹੋਇਆ ਆ? 265A ਤੋਂ ਲੈ ਕੇ 265L ਸੈਕਸ਼ਨ ਦੇ ਵਿੱਚ ਦਿੱਤਾ ਹੋਇਆ। ਚੈਪਟਰ ਤੁਹਾਡਾ ਕਿਹੜਾ ਆ? 21A, okay ji, of the criminal procedure code deals with the concept of plea bargaining. It was inserted into the criminal law amendment 2005. It allows plea bargaining for cases where the maximum punishment is imprisonment for 7 years, ਉਦੋਂ ਮਿਲ ਸਕਦੀ ਆ। where the offenses does not affect the socio-economic condition of the country, where the offenses are not committed against a woman or child below 14 are excluded, ਠੀਕ ਹੈ ਜੀ। ਇਹ ਸਾਦੋ ਪੁਆਇੰਟ ਆ ਗਏ ਸੀ, ਆਹ ਵਾਲਾ ਪੁਆਇੰਟ ਨਹੀਂ ਆਇਆ ਸੀ, ਯਾਦ ਕਰ ਲਿਓ। ਮੈਕਸਿਮਮ ਪਨਿਸ਼ਮੈਂਟ ਜਿਹੜੀ ਆ 7 ਸਾਲ ਤੱਕ ਦੀ ਹੋਵੇ ਉਹਨਾਂ ਨੂੰ ਹੀ ਜਿਹੜੀ ਪਲੀ ਬਾਰਗੇਨਿੰਗ ਮਿਲਦੀ ਹੈ, ਅਦਰਵਾਈਜ਼ ਹੀ ਨਹੀਂ। ਦੇਖੋ ਤੁਹਾਡੇ 7 ਸਾਲ ਤੋਂ ਜਿਹੜੇ ਥੱਲੇ ਵਾਲੀ ਪਨਿਸ਼ਮੈਂਟ ਹੁੰਦੀ ਨਾ, ਉਹਨਾਂ ਨੂੰ ਅਸੀਂ ਕਿਹੜੇ ਕ੍ਰਾਈਮ ਬੋਲਦੇ? ਨॉन ਹੀਨੀਅਸ ਕ੍ਰਾਈਮਸ ਬੋਲਦੇ ਆ। ਜਿੱਥੇ ਇੱਕ ਅਫੈਂਡਰ ਨੂੰ 7 ਸਾਲ ਤੋਂ ਜ਼ਿਆਦਾ ਪਨਿਸ਼ਮੈਂਟ ਮਿਲੇ ਉਹਨੂੰ ਅਸੀਂ ਕੀ ਬੋਲ ਦਿੰਦੇ ਆ ਜੀ? ਹੀਨੀਅਸ ਕ੍ਰਾਈਮ ਕੀਤਾ ਜੀ ਉਹਨੇ, ਤਾਂ ਉਹਨੂੰ 7 ਸਾਲ ਤੋਂ ਜ਼ਿਆਦਾ ਜਿਹੜੀ ਆ ਕੈਦ ਮਿਲੀ ਆ। ਇਸ ਕਰਕੇ ਉਹ ਕਹਿ ਰਹੇ ਨੇ ਨॉन ਹੀਨੀਅਸ ਕ੍ਰਾਈਮ ਦੇ ਵਿੱਚ ਪਲੀ ਬਾਰਗੇਨਿੰਗ ਦੇ ਦਿਓ। ਜਿੱਥੇ ਪਰਸਨ ਨੇ ਬਹੁਤ ਹੀਨੀਅਸ ਕ੍ਰਾਈਮ ਕੀਤਾ ਹੈ ਜਿਸ ਕਰਕੇ ਉਹਨੂੰ 7 ਸਾਲ ਤੋਂ ਜ਼ਿਆਦਾ ਪਨਿਸ਼ਮੈਂਟ ਮਿਲੀ ਹੈ ਇੰਪ੍ਰਿਜ਼ਨਮੈਂਟ ਦੀ, ਤਾਂ ਉਹਨੂੰ ਪਲੀ ਬਾਰਗੇਨਿੰਗ ਨਹੀਂ ਦੇਣੀ। ਈਜ਼ੀ, ਓਕੇ ਜੀ। ਤਾਂ ਕਰਕੇ 7 ਸਾਲ ਆ, ਗੱਲ ਯਾਦ ਕਰਨਾ, ਬਿਕੋਜ਼ ਨॉन ਹੀਨੀਅਸ ਕ੍ਰਾਈਮ ਮੰਨੇ ਜਾਂਦੇ ਨੇ ਉਹ। ਨਾਓ ਨੈਕਸਟ 14th question, as per section 143 subclause 15 of the Companies Amendment Act 2020, if an auditor, cost accountant or company secretary in practice does not comply with provisions of subsection 12, he shall, in case of listed company, be liable to a penalty of what? ਦੱਸੋ ਜੀ ਕਿੰਨੀ ਪੈਨਲਟੀ ਲੱਗਾਂਗੀ ਤੁਹਾਨੂੰ? ਇਹਦਾ ਤਾਂ ਚਲੋ ਪਤਾ ਨਹੀਂ, ਦਾ ਆਨਸਰ ਹੈਗਾ ਜੀ 5 ਲੱਖ ਪੈਨਲਟੀ ਉਹਨੂੰ ਲੱਗਦੀ ਆ ਜੀ, ਠੀਕ ਹੈ ਜੀ। ਲੈਟ ਅਸ ਸੀ ਦਾ ਆਨਸਰ। ਯੈਸ, 3 ਇਜ਼ ਦਾ ਰਾਈਟ ਆਨਸਰ। ਹੁਣ ਆਪਾਂ ਚੱਲਦੇ ਹਾਂ, ਸਮਝਦੇ ਹਾਂ ਸੈਕਸ਼ਨ ਨੂੰ। ਇਫ ਐਨੀ ਆਡੀਟਰ, ਕਾਸਟ ਅਕਾਊਂਟੈਂਟ ਔਰ ਕੰਪਨੀ ਸੈਕਟਰੀ ਇਨ ਪ੍ਰੈਕਟਿਸ ਡੂ ਨਾਟ ਕੰਪਲਾਈ ਵਿਦ ਦ provisions of subsection 12, he shall be punishable with a fine which shall not be less than 1 lakh rupees but may extend to 25 lakh rupees, ਠੀਕ ਹੈ ਜੀ। ਇਸ ਦੇ ਵਿੱਚ ਇਹਨਾਂ ਨੇ ਆਹ ਗੱਲ ਕੀਤੀ ਹੋਈ ਆ। ਔਰ ਇਹ ਕੀ ਕਹਿ ਰਹੇ ਨੇ? he shall, ਅਗਰ ਤਾਂ ਕਹਿੰਦੇ ਲਿਸਟਡ ਕੰਪਨੀ ਆ ਤਾਂ 5 ਲੱਖ ਰੁਪੀਸ ਜਿਹੜਾ ਹੈ ਉਹਨੂੰ ਮਿਲੇਗਾ। ਅਦਰਵਾਈਜ਼ ਤੁਸੀਂ ਕੀ ਗੱਲ ਯਾਦ ਰੱਖ ਲਿਓ, 1 ਲੱਖ ਤੋਂ ਤੁਹਾਡਾ ਸਟਾਰਟ ਹੋ ਕੇ ਕਿੱਥੇ ਤੱਕ ਜਾਏਗਾ? 25 ਲੱਖ ਤੱਕ ਹੋ ਜਾਏਗਾ। ਓਕੇ ਜੀ। ਤਾਂ ਕੰਪਨੀ ਐਕਟ ਵਾਲਾ ਕੁਐਸਚਨ ਆ ਗਿਆ। ਦੇਖੋ ਟਫ ਤਾਂ ਹੈ ਹੀ ਹੈ, ਇਸ 'ਚ ਕੋਈ ਤੁੱਕਾ ਵੀ ਨਹੀਂ ਲੱਗਦਾ ਕਿਉਂਕਿ ਪ੍ਰੋਵੀਜ਼ਨਸ ਐਸ ਸੱਚ ਬਹੁਤ ਟਫ ਨੇ। ਔਰ ਮੈਂ ਤੁਹਾਨੂੰ ਇਹੀ ਕਹੂੰਗੀ, ਮੈਂ ਹੁਣ ਇਸ ਤੇ ਤੁਹਾਨੂੰ ਡਿਟੇਲ ਕੁਝ ਪੜ੍ਹਾਉਣਾ ਵੀ ਨਹੀਂ ਚਾਹੂੰਗੀ ਕਿ ਬਹੁਤ ਵਾਸਟ ਐਕਟ ਹੈ ਤੁਹਾਡਾ। ਹਾਂ, ਜਿਸ ਬੱਚਿਆਂ ਨੇ ਕਾਮਰਸ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਫਾਇਦਾ, ਉਹਨਾਂ ਨੇ ਪੜ੍ਹੀਆਂ ਹੋਣਗੀਆਂ ਤਾਂ ਉਹਨਾਂ ਲਈ ਫਾਇਦਾ ਹੋ ਜਾਏਗਾ। ਅਦਰਵਾਈਜ਼ ਇੰਨਾ ਹੁਣ ਟਾਈਮ ਰਹਿ ਨਹੀਂ ਗਿਆ ਕਿ ਤੁਸੀਂ ਇਸ ਤੇ ਵੀ ਆਪਣਾ ਟਾਈਮ ਡਿਵੋਟ ਕਰੋ, ਇਸ ਕਰਕੇ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ, ਠੀਕ ਹੈ ਜੀ। ਆ ਗਿਆ ਕੁਐਸਚਨ, ਆਂਦਾ ਹੋਇਆ ਤਾਂ ਹੀ ਅਟੈਂਪਟ ਕਰਨਾ, ਅਦਰਵਾਈਜ਼ ਆਪਾਂ ਨੈਗੇਟਿਵ ਮਾਰਕਿੰਗ ਕਿਉਂ ਕਰਾਣੀ ਆਪਣੀ, ਹੈ ਨਾ। ਚਲੋ ਜੀ, ਨਾਓ ਦਹੇਜ ਮਨਾਹੀ ਐਕਟ, ਇਹ ਆ ਗਿਆ ਤੁਹਾਡਾ ਡੌਰੀ ਐਕਟ ਦੀ 1961 ਦੀ ਧਾਰਾ 3 ਸੈਕਸ਼ਨ 3 ਦੇ ਤਹਿਤ ਕੋਈ ਵੀ ਵਿਅਕਤੀ ਜੋ ਦਾਜ ਲੈਂਦਾ ਜਾਂ ਦਿੰਦਾ ਹੈ ਜਾਂ ਦਹੇਜ ਦੇਣ ਜਾਂ ਲੈਣ ਲਈ ਕਿਸੇ ਨੂੰ ਸ਼ਹਿ ਦਿੰਦਾ ਹੈ ਉਸ ਨੂੰ ਕੈਦ ਦੀ ਸਜ਼ਾ ਹੋਵੇਗੀ ਜਿਸ ਦੀ ਮਿਆਦ
ਕਿੰਨੀ ਹੁੰਦੀ ਹੈ ਤੋਂ ਘੱਟ ਨਹੀਂ ਹੋਵੇਗੀ। ਹੁਣ ਦੱਸਣਾ ਸੀ ਕਿੰਨੇ ਸਾਲਾਂ ਤੋਂ ਘੱਟ ਜਿਹੜੀ ਆ ਉਹਨੂੰ ਜਿਹੜੀ ਸਜ਼ਾ ਹੈ ਉਹ ਨਹੀਂ ਮਿਲੇਗੀ ਅਤੇ ਜੁਰਮਾਨਾ ਵੀ ਲੱਗੇਗਾ ਜੋ 15,000 ਤੋਂ ਘੱਟ ਨਹੀਂ ਹੋਵੇਗਾ ਜਾਂ ਅਜਿਹੇ ਦਹੇਜ ਮੁੱਲ ਦੀ ਰਕਮ ਜੋ ਵੀ ਵੱਧ ਹੋਵੇ। ਇਸ ਦੇ ਵਿੱਚ ਤੁਹਾਡਾ ਆਨਸਰ ਹੈ ਜੀ 5 ਸਾਲ। ਯਾਦ ਰੱਖਣਾ ਤੁਸੀਂ ਵੀ ਇਸ ਦੇ ਵਿੱਚ 5 ਸਾਲ ਦੀ ਜੀ ਸਜ਼ਾ ਹੁੰਦੀ ਹੈ 5 ਇਅਰਸ, ठीक है, और 15,000 और जिन्ना या मान लो थोड़ी दहेज की मुल रकम ज्यादा है तो उन्ना पैसा देना पड़ेगा, ठीक है जी, और जिन्नी थोड़ी दहेज की रकम है उन्ना। ओके जी, हुण चलते हैं जी इसकी एक्सप्लेनेशन ते। पेनल्टी फॉर गिविंग और टेकिंग डाउरी इन एनी पर्सन आफ्टर द कमेंसमेंट ऑफ दिस एक्ट गिव्स और टेक्स और अबेट्स। देखो फिर थोड़ा वर्ड आ गया अबेट, अबैटमेंट की गल करदा जी, जब कोई किसी ने इंस्टिगेट उकसांदा लिखिया तुहाडे क्वेश्चन च उकसांदा आ करन लई तां अबैटमेंट बोल दिंदे आ। द गिविंग और टेकिंग ऑफ डोरी ही शैल बी पनिशेबल विद imprisonment for term which shall not be less than 5 years, which shall not be less than 5 years, and with the fine shall not be less than 15,000 rupees or the amount of the value of such dowry, whichever is more, that person will be punished with the same। ओके जी, पेनल्टी फॉर डोरी कर ली असी। हुण आ जाओ जी नैक्सट क्वेश्चन ते। नैक्सट क्वेश्चन तुहाडा गल करदा है सिलेक्ट द करेक्ट स्टेटमेंट विद रेफरेंस टू प्रोटेक्शन ऑफ वुमेन फ्रॉम डोमेस्टिक वायलेंस एक्ट 2005। द प्रोसीडिंग्स अंडर द एक्ट मे बी हेल्ड इन कैमरा। यस, प्रोसीडिंग्स इहदियां कैमरा च ही हुंदियां ने, ये तुहाडी करेक्ट स्टेटमेंट है जी। नैक्सट चलदे हैं। द प्रोटेक्शन ऑफिसर इज नॉट लायबल टू बी पनिश फॉर फेलियर टू डिस्चार्ज हिज ड्यूटीज। ये गलत आ। जो प्रोटेक्शन ऑफिसर जो साडा हुंदा है वो ड्यूटी अपनी ना करे, ही इज लायबल, उन्होंने पनिशमेंट मिल जाती है जी। ओके, नाउ डोमेस्टिक वायलेंस डज नॉट इंक्लूड, बिल्कुल गलत। डोमेस्टिक वायलेंस जो थोड़ी इमोशनल वायलेंस है वो भी जी कवर कर दिता ही करके। देखो कई बार बहुत जजमेंट्स आंदियां ने जब बहुत छोटी छोटी गल्लां ते भी डोमेस्टिक वायलेंस का पर्चे पे हुंदे ने जी, कई बार फीमेल पा दिंदियां ने अपने हसबैंड के अगेंस्ट, है ना। बहुत इमोशनल गल्लां हुंदियां ने, असीं कई वार हसदे भी हां, जोक भी उड़ांदे कि आ कही जी गल हो गई, बिकॉज थोड़ा इमोशनल वायलेंस जिहड़ी है इंक्लूडेड आ। इन्हां ने डज नॉट बोलिया, दैट इज वाई इट इज रॉन्ग। नाउ ओनली द एग्रीव्ड पर्सन में प्रेजेंट इन एप्लीकेशन टू देम। नो, एग्रीव्ड पर्सन नहीं, उहदे नाल कोई जिहड़ा देखे वो भी जिहड़ा है पूरा एप्लीकेशन फाइल कर सकदा है। सो आंसर इज 1। हुण चलदे हैं इस दी अंडरस्टैंडिंग ते। प्रोसीडिंग्स टू बी हेल्ड इन कैमरा, वेरी वेरी इंपॉर्टेंट, ठीक है। कंसीडर्स दैट द सर्कमस्टेंस केस ऑफ वारंट एंड फाइदर पार्टी टू प्रोसीडिंग्स सो डिजायर। अगर पार्टी चाहती है कि प्रोसीडिंग्स साडियां कैमरे च होण तां कर दिंदे आ। ओके जी, हुण नेक्स्ट पॉइंट। एनी प्रोटेक्शन ऑफिसर फेल्स और रिफ्यूज टू डिस्चार्ज हिज ड्यूटीज डायरेक्टेड बाय द मैजिस्ट्रेट इन द प्रोटेक्शन ऑर्डर विदाउट सफिशिएंट कॉज शैल बी पनिश्ड। कितनी पनिशमेंट लगती है? विद इंप्रिजनमेंट or either description for a term which may extend to 1 year or with fine or which may extend to 20,000 rupees or both। 1 year punishment or 20,000 fine or both। ओके जी, ये पॉइंट इंपॉर्टेंट है, याद रख लो। प्रोटेक्शन ऑफिसर की की पनिशमेंट है यह। डोमेस्टिक वायलेंस की चीज़ें इंक्लूड करता, नोट कर लो। पहला फिजिकल अब्यूज, दूजा सैक्शुअल अब्यूज, तीजा वर्बल अब्यूज, चौथा थोड़ा आ गया जी इमोशनल। देखो वर्बल एंड इमोशनल इकट्ठा ही दिता है, तो पर चौथा पॉइंट याद कर लेना। पंजवा थोड़ा आ गया इकोनॉमिक अब्यूज। ओके जी, फिजिकल, सैक्शुअल, वर्बल एंड इमोशनल एंड इकोनॉमिक अब्यूज थोड़े जेड़े ने डोमेस्टिक वायलेंस एक्ट के तहत कवर ने पॉइंट्स। ओके जी, कहते एनी एग्रीव्ड पर्सन और प्रोटेक्शन ऑफिसर एनी अदर पर्सन ऑन बिहाफ ऑफ द एग्रीव्ड पर्सन मे प्रेजेंट एन एप्लीकेशन। तो कौन कौन बंदे एप्लीकेशन फाइल कर सकते हैं? पहला थोड़ा एग्रीव्ड पर्सन, दूजा प्रोटेक्शन ऑफिसर कर सकता है, तीजा कोई भी बंदा एग्रीव्ड पर्सन के बिहाफ से डोमेस्टिक वायलेंस की कंप्लेंट जी दर्ज कर सकते हैं। किदे को करनी हुंदी है, गल याद रखना, मैजिस्ट्रेट दे अगे करनी हुंदी है। ओके जी, उस तो बाद की सीकिंग 1 और मोर रिलीफ। सो तो चलो रिलीफ जो लेना लेना ही है। सो हुण देखो एक क्वेश्चन जो असीं किन्ने क्वेश्चन अज कर रहे हैं, बहुत इंपॉर्टेंट सैशन है तुहाडा। हुण लास्ट थोड़े दिन रह गए हैं, कोई रिवीजन ही है एक तरह की।
Now, under the Advocates Act 1961, dash performs the function of laying down the standards of professional conduct and etiquette for advocates. कौन जी करता है? देखो एडवोकेट एक्ट के तहत थोड़ी सीधी जी गल है, बार कौंसल ऑफ इंडिया जिहड़ा आ वो थोड़ियां चीज़ां डिसाइड करता है। इस करके जिहड़े स्टैंडर्ड ऑफ प्रोफैशनल कंडक्ट दे कि किवें कंडक्ट करना, मिसकंडक्ट नहीं करना, की थोड़ा एटिक्वेट या बिहेवियर रहेगा एडवोकेट का, वो कौन डिसाइड करता, कौन स्टैंडर्ड ले करता? थोड़ा बार कौंसल ऑफ इंडिया करता है। 2 विल बी योर राइट आंसर। या नाउ ये थोड़े इन्ने सारे फंक्शंस ने जी बार कौंसल के, मेन फटाफट असीं पढ़ लैंदे आ। पहला की है जी, लेड डाउन स्टैंडर्ड्स ऑफ प्रोफेशनल कंडक्ट एंड एटिकेट ऑफ एडवोकेट, जो आया सी हुणी। दूजा के लेड डाउन प्रोसीजर टू बी फॉलोड बाय डिसिप्लिनरी कमेटीज एंड द डिसिप्लिनरी कमेटी ऑफ ईच स्टेट बार काउंसिल। प्रोसीजर जी एक ले करते हैं कि केड़ा प्रोसीजर जो डिसिप्लिनरी कमेटी ने फॉलो करना है डिसिप्लिनरी प्रोसीडिंग्स दे लिए, ठीक है। उस तो बाद सेफगार्ड द राइट्स एंड प्रिविलेजेस एंड इंटरेस्ट ऑफ एडवोकेट्स। तीसरा, प्रमोट ग्रोथ ऑफ बार एसोसिएशन, प्रमोट सपोर्ट ऑफ लॉ रिफॉर्म्स, एक्सरसाइज जनरल प्रोविजन स्टेट ओवर द बार काउंसिल, प्रमोट लीगल एजुकेशन एंड ले डाउन स्टैंडर्ड्स ऑफ लीगल एजुकेशन। इंपॉर्टेंट है जी थोड़ा। उस तो बाद रिकॉग्नाइज यूनिवर्सिटीज हुज डिग्री इन लॉ शैल बी क्वालिफिकेशन फॉर इन्वॉल्वमेंट एज एन एडवोकेट, विजिट एंड इंस्पेक्ट यूनिवर्सिटीज, मैनेज एंड इन्वेस्ट फंड, provide for the election of its members, conduct seminars, organize eminent jurists, publish journals, organize legal aid to the poor in the prescribed manner. Important, perform all the functions conferred by it or under this act, do all the necessary things for discharge the aforesaid functions. Okay, just main केड़े पॉइंट है थोड़े आहा इंपॉर्टेंट आ, नोट कर लियो, ठीक है जी। चलते हैं हुण नैक्सट क्वेश्चन ते। नैक्सट क्वेश्चन की कह रहा है, in national judicial appointments and jack 2 eminent persons are nominated by the committee, ठीक है जी। कमेटी की करती है जी 2 एमिनेंट पर्सनस ਨੂੰ ਜਿਹੜਾ ਆ ਉਹ अपॉइंट ਕਰਦੇ ਆ, ठीक है। ਉਹ ਕਿੰਨੇ ਪੀਰੀਅਡ ਲਈ ਨੋਮੀਨੇਟ ਹੁੰਦੇ ਨੇ ਜੀ? ਇਹਦਾ ਆਨਸਰ ਹੈ 3, ठीक है जी। ओहो या 3 is your answer, okay जी। so 2 eminent persons would have been nominated by a committee consisting of the Chief Justice of India, Prime Minister of India। केड़ी कमेटी देखो जी नॉमिनेट कर दिया, याद रखना, चीफ जस्टिस ऑफ इंडिया ते प्राइम मिनिस्टर ऑफ इंडिया एंड लीडर ऑफ ऑपोजिशन इन द लोक सभा, ठीक है। लीडर ऑफ इंडिया कहते अगर कोई लीडर है नहीं तो सिंगल लार्जेस्ट ऑपोजिशन वगैरह थोड़ी देख लेंदे ने। उस तो बाद 2 eminent persons, 1 person, किहड़े eminent बंदे होने ते ਇਹ ਗੱਲ इंपॉर्टेंट है, नोट कर लो। शेड्यूल्ड कास्ट और शेड्यूल्ड ट्राइब्स और ओबीसी और माइनॉरिटी कम्युनिटीज और विमेन, ठीक है जी। द eminent person shall be nominated for a period of 3 years, इत्थों क्वेश्चन है सी, and shall not be eligible for renomination। ये भी इंपॉर्टेंट है। देखो हुण इस च किहड़ी-किहड़ी थोड़ियां मेन गल्लां इंपॉर्टेंट आ, ਇਹ ਸਾਰੀਆਂ ਜਿਹੜੀਆਂ ਥੋੜੀਆਂ ਗੱਲਾਂ ਨੇ ਇਹ इंपॉर्टेंट ने, ठीक है जी। उस तो बाद the eminent person shall be nominated for a period of 3 years and shall not be, यही गल थोड़ी रिपीट हुई है जी। फिर ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਭਾਰਤੀ ਦੰਡ ਸੰਹਿਤਾ ਦੀ ਧਾਰਾ 100 ਦੇ ਤਹਿਤ ਨਿੱਜੀ ਰੱਖਿਆ ਦਾ ਅਧਿਕਾਰ ਮੌਤ ਤੇ ਕਰਨ ਤੱਕ ਵਿਸਥਾਰਿਤ ਹੋਵੇਗਾ ਜਦੋਂ ਤੇਜ਼ਾਬੀ ਸੁੱਟਣ ਦੀ ਗਤੀਵਿਧੀ ਜਾਂ ਸੁੱਟਣ ਦੀ ਕੋਸ਼ਿਸ਼ ਜਾਂ ਤੇਜ਼ਾਬੀ ਹਮਲੇ ਨੂੰ ਕੰਟਰੋਲ ਕਰਨ ਦਾ ਯਤਨ ਜੋ ਚਿੰਤਾ ਦਾ ਕਾਰਨ ਬਣ ਸਕਦਾ ਹੈ ਕਿ ਆਮ ਤੌਰ ਤੇ ਅਜਿਹੀ ਗਤੀਵਿਧੀ ਦਾ ਨਤੀਜਾ तकलीफदार सट होवेगा। इस संशोधन इन्हां विचों किस द्वारा शामिल किया गया सी? देखो जी थोड़ा क्रिमिनल अमेंडमेंट एक्ट 2013 ਦਾ ਜਿਹੜਾ ਹੋਇਆ ਸੀ ਨਾ, ਆਪਾਂ निर्भया एक्ट भी कह ਦਿੰਨੇ ਆ। ਉਸ ਤੋਂ ਥੋੜੀਆਂ ਬਹੁਤ ਸਾਰੀਆਂ ਰੇਪ ਲਈ ਨਵੀਆਂ ਪ੍ਰੋਵੀਜ਼ਨਸ ਆ ਗਈਆਂ ਸੀ। ਐਸ ਸੱਚ ਇਸ ਦੇ ਵਿੱਚ ਕਿਹੜੀ ਨਵੀਂ ਪ੍ਰੋਵੀਜ਼ਨ ਆਈ ਸੀ? ਐਸਿਡ ਅਟੈਕ ਦੀ ਆਈ ਸੀ ਜੀ, ਕਿ ਜਦ ਕੋਈ ਤੁਹਾਡੇ ਤੇ ਐਸਿਡ ਅਟੈਕ ਕਰਦਾ ਹੈ ਤੁਹਾਡੇ ਕੋਲ ਸੈਕਸ਼ਨ 100 ਆਫ ਆਈਪੀਸੀ ਦੇ ਤਹਿਤ ਪ੍ਰਾਈਵੇਟ ਡਿਫੈਂਸ ਲੈਣ ਦਾ थानू मिल जाएगा प्राइवेट डिफेंस। और जे तुसी इस जे तुहाडे कोई एसिड अटैक करदा ते तुसी 100 दे तहत प्राइवेट डिफेंस लेके जे उसदा कोई कतल भी कर दिंदे हो या कोई ग्रीवियस हर्ट करदे हो, थानू कोई सजा नहीं मिलेगी। यू हैव दैट कंप्लीट डिफेंस बिकॉज थानू प्राइवेट डिफेंस दे अंडर सैक्शन 100 जेड़ा तुहाडा ये डिफेंस दी गल करदा है, ठीक है जी। ये गल्लां छोटी छोटियां है, याद रखनी। 76 से लेके 106 से तुहाडे सैक्शन डिफेंसेस ने आईपीसी दे, ठीक है। सो जो 100 सैक्शन आ गया उस नवी प्रोविजन ने ऐड की सी एसिड अटैक की, तुहाडे कोई एसिड अटैक करता है तो तुसी की कर सकते हो, उस हमले तो बचने लिए प्राइवेट डिफेंस ले सकते हो। ये कदों आया सी तुहाडा ये फौजदारी कानून सोध एक्ट 2013। हुण इहनूं याद कर लेना, फौजदारी कानून सोध किहनूं बोलदे आ?
ਕ੍ਰਿਮੀਨਲ ਅਮੈਂਡਮੈਂਟ ਐਕਟ ਨੂੰ ਤੁਹਾਡੇ ਨੂੰ ਬੋਲਦੇ ਆ। ਓਕੇ ਜੀ, ਆਂਸਰ ਇਜ਼ 400 ਸੈਕਸ਼ਨ ਆਈਪੀਸੀ ਦਾ, when the right of private defense of the body extend to causing death। ਇਹ ਕਦੋਂ ਐਡ ਹੋਇਆ ਸੀ? 2013। ਉਸ ਤੋਂ ਇਲਾਵਾ ਹੋਰ ਕਿਹੜੇ ਸੈਕਸ਼ਨ ਜੀ ਐਡ ਹੋਏ ਸੀ? 326A, 326B in the Indian Penal Code, creating special provisions for the victims of acid attack। ठीक है, अटैक तो बचने ਲਈ the offenders convicted under these sections shall be imprisoned for a minimum sentence of 10 years which may increase up to life imprisonment along with fine। ठीक है जी। उस तो बाद section 326A of the IPC that criminalizes throwing, administering or attempting to throw acid on any person irrespective of gender with the intent to disfigure or maim the person causing him performance of partial damage। Following section 326B criminalizes attempts to throw or administer। ਤੇ ਇਸ ਦੇ ਵਿੱਚ ਤੁਸੀਂ ਮੇਨ ਹੋਰ ਕਿਹੜੇ ਸੈਕਸ਼ਨ ਯਾਦ ਕਰ ਲਓ? 326A ਤੇ 326 ਐਸਿਡ ਅਟੈਕ ਦੀ ਗੱਲ ਕਰਦੇ ਹਾਂ। ਓਕੇ ਜੀ, ਹੁਣ ਆਪਾਂ ਚੱਲਦੇ ਹਾਂ ਅੱਜ ਦੇ ਲਾਸਟ ਕੁਐਸਚਨ ਤੇ। ਇਹ ਕਰ ਰਿਹਾ ਟ੍ਰਾਂਸਜੈਂਡਰ ਪਰਸਨਸ ਪ੍ਰੋਟੈਕਸ਼ਨ ਆਫ ਰਾਈਟਸ ਐਕਟ 2019। A transgender person may make an application to whom for issuing a certificate of identity as a transgender person in such form and manner and accompanied with such documents as may be prescribed। ਸਾਡਾ ਕੀ ਇਸ ਦਾ ਆਂਸਰ ਹੈ ਜੀ? ਸਿੱਧੀ ਜੀ ਗੱਲ ਹੈ, ਇਹ ਨਹੀਂ ਹੈ। ਆਂਸਰ ਦੇਖੋ ਆ ਹੀ ਗਿਆ ਤੁਹਾਡਾ। ਡਿਸਟ੍ਰਿਕਟ ਮੈਜਿਸਟ੍ਰੇਟ ਤੁਹਾਡਾ ਆਂਸਰ ਹੈ। ਬਹੁਤ ਸੈਂਸਿਟਿਵ ਹੈ ਸਕਰੀਨ। डिस्ट्रिक्ट मैजिस्ट्रेट थोड़ा इसका आंसर होंगे। मुखिया मेयर सरपंच को नहीं जा सकता, सुपरिटेंडेंट को भी नहीं जाता, वो मैंबर ऑफ पार्लीमेंट को भी जाता। कौन उन्होंने करके दिंदा है जी ये एप्लीकेशन सर्टिफिकेट? जब एप्लीकेशन किसको लैके जाता तो फिर थोड़ा इशू सर्टिफिकेट होंदा है जी डिस्ट्रिक्ट मैजिस्ट्रेट को। ओके जी। नाउ once the person identifies as transgender, they may apply for certificate of identity issued by district magistrate। Such a certificate will be proof of their identity as transgender and confer rights and benefits under the act। ठीक है जी। सो आज का साडा लेक्चर सी ये हो गया ओवर। ਅੱਜ ਅਸੀਂ ਕੀਤੇ ਜੀ ਮੇਨ ਪ੍ਰੋਵੀਜ਼ਨ ਆਫ ਫਟਾਫਟ ਉਹਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵੀ ਦੇਖ ਲਈਆਂ। ਸੋ ਅੱਜ ਦਾ ਸੈਸ਼ਨ ਬਹੁਤ ਹੈਲਪਫੁਲ ਰਹੇਗਾ ਤੁਹਾਡਾ ਫॉर द ਕੁਇਕ ਰਿਵੀਜ਼ਨ। ਠੀਕ ਹੈ ਜੀ। ਸੋ ਦੇਖੋ ਜੇ ਜਿਸ ਬੱਚੇ ਨੇ ਹੋਰ ਵੀ ਇਸ ਵਾਰੀ ਡਿਟੇਲ 'ਚ ਪੜ੍ਹਨਾ ਹੈ ਤਾਂ ਸਾਡੀ ਆਫਲਾਈਨ ਆਨਲਾਈਨ ਕਲਾਸ ਜਿਹੜੀ ਹੋਈ ਹੈ ਸਟਾਰਟ, ਨੂੰ ਜੁਆਇਨ ਕਰ ਸਕਦੇ ਨੇ। ਲੀਗਲ ਦੀ ਨੈਕਸਟ ਵੀਕ ਤੋਂ ਸਟਾਰਟ ਹੋ ਰਹੀ ਹੈ ਤੁਹਾਡੀ ਕਲਾਸ। ਉਸ 'ਚ ਮੈਂ ਮੇਨ ਹੋਰ ਵੀ ਅਮੈਂਡਮੈਂਟਸ ਤੇ ਤੁਹਾਡੇ ਜਿਹੜੇ ਸੈਕਸ਼ਨਸ ਹੈ ਤੇ ਜਜਮੈਂਟਸ ਨੇ ਉਹ ਕਵਰ ਕਰਵਾ ਦਿੱਤੀਆਂ ਜਾਣਗੀਆਂ। ਸੋ ਜਿਵੇਂ ਤੁਹਾਨੂੰ ਠੀਕ ਲੱਗਦਾ, ਅਦਰਵਾਈਜ਼ 5-6 ਕੁਐਸਚਨ ਆ ਰਹੇ ਆ, ਇਹੀ ਸਭ ਦੇਖ ਲਓ ਇੱਕ ਵਾਰੀ, ਕੁਇਕ ਰਿਵੀਜ਼ਨ ਕਰਦੇ ਜਾਓ। ਠੀਕ ਹੈ। ਸੋ ਦੈਟ ਤੁਹਾਡੇ ਲਈ ਹੈਲਪ ਹੋ ਜਾਏ ਤੁਹਾਡੇ ਆਉਣ ਵਾਲੇ ਐਗਜ਼ਾਮ ਲਈ। ऑल द वेरी बेस्ट स्टूडेंट्स। करते रहो, पढ़ते रहो। थैंक यू सो वेरी मच।